ਜਸਟਿਨ ਟਰੂਡੋ ਹੋਰਾਂ ਦਾ ਮੈਂ ਸਵਾਲ ਦੁਬਾਰਾ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਐਡੇ ਵੱਡੇ ਪੱਧਰ ਦੇ ਉੱਤੇ ਬਿਆਨ ਦੇਣਾ, ਇੱਕ ਦੇਸ਼ ਦੇ ਨਾਲ ਸਿੱਧੇ ਹੋ ਜਾਣਾ, ਮਤਲਬ ਛੋਟੀ ਗੱਲ ਨਹੀਂ ਹੈ ਇਹ। ਦੋ ਦੇਸ਼ ਆਮਣੇ ਸਾਹਮਣੇ ਹੋਏ ਪਏ ਆ, ਟ੍ਰੇਡ ਡੀਲ ਬੰਦ, ਕੌਂਸੂਲੇਟ ਵਾਪਸ ਮੰਗਾਏ ਜਾ ਰਹੇ ਆ, ਉੱਥੇ ਅਮਰੀਕਾ ਵੀ ਨਾਲ ਖੜ ਗਿਆ। ਐਡੇ ਵੱਡੇ ਪੱਧਰ ਦੇ ਉੱਤੇ ਬਿਆਨ ਦੇਣਾ, ਆਖਰ ਕਿਹੜਾ ਬੈਨੀਫਿਟ ਆ ਕੈਨੇਡਾ ਦਾ ਜੋ ਐਡੇ ਵੱਡੇ ਪੱਧਰ ਤੇ ਆਪਾਂ ਕਹਿ ਲਈਏ ਵੀ ਸਿੱਖਾਂ ਦੇ ਹੱਕ 'ਚ ਭੁਗਤ ਗਿਆ। ਇਹ ਕੀ ਨੇਰੀ ਲਿਆਂਦੀ ਹੈ, ਇਹ ਪੂਰੀ ਦੁਨੀਆ ਜਿਹੜੀ ਹੈ ਹਿੱਲੀ ਹੋਈ ਲੱਗਦੀ ਹੈ ਇਸ ਵੇਲੇ ਜੀਓ ਪੋਲਿਟਿਕਸ ਦੇ ਵਿੱਚ। ਕੀ ਭੁਚਾਲ ਆ ਗਿਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ? ਹੁਣ ਗੱਲ ਹੋਈ ਆ ਜਿਹੜਾ ਇਹਨਾਂ ਨੇ ਪਾਰਲੀਮੈਂਟ ਵਿੱਚ ਖੜ ਕੇ ਐਨ ਖੁਲਾਸੇ ਕੀਤੇ, ਤੇ ਇਹੀ ਨਹੀਂ ਕਿ ਉਹ ਸਾਰੇ ਵਰਲਡ 'ਚ ਫੈਲ ਗਈ ਗੱਲ। ਜਾਣੀ ਹੋਰ ਵੀ ਜਿਹੜੇ ਪੋਲੀਟੀਸ਼ੀਅਨ ਸੀ, ਜਗਮੀਤ ਸਿੰਘ ਹੁਣੀ ਵੀ, ਹੋਰ ਵੀ ਕਈ ਜਿਹੜਾ ਹਾਂਜੀ ਜਗਮੀਤ ਸਿੰਘ ਨੇ ਦੇਖੋ ਈਵਨ ਪੰਜਾਬੀ 'ਚ ਵੀ ਸੰਬੋਧਨ ਕੀਤਾ ਸਾਰਿਆਂ ਨੂੰ, ਹਨਾ। ਸੋ ਮਤਲਬ ਇਹ ਹੋਇਆ ਕਿ ਉਹਦਾ ਇੰਪੈਕਟ ਏਡਾ ਵੱਡਾ ਪਿਆ। ਕਈ ਲੋਕ ਕਹਿ ਰਹੇ ਆ 20-25 ਸਾਲਾਂ 'ਚ ਮੇ ਬੀ ਮੋਰ ਵੀ ਏਡਾ ਵੱਡਾ ਇੰਪੈਕਟ ਵਾਲਾ ਕੁਛ ਨਹੀਂ ਹੈ ਲਜੋਲ ਹੋਈ। ਸੋ ਹੁਣ ਦੇਖੋ ਤੁਸੀਂ ਨਿਊਜ਼ਪੇਪਰਾਂ 'ਚ, ਇੱਥੇ UK 'ਚ ਇੰਟਰਨੈਸ਼ਨਲੀ ਮੀਡੀਆ ਚੈਨਲ, ਈਵਨ BBC ਵੀ ਚੱਕ ਰਹੀ ਹੈ ਗੱਲ ਨੂੰ, ਤੇ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਨੈਰੇਟਿਵ ਚੇਂਜ ਹੋ ਗਿਆ ਖਾਲਿਸਤਾਨ ਬਾਰੇ। ਸੋ ਮੈਂ ਕਹਿੰਦਾ ਜਿੰਨਾ ਇਹਨਾਂ ਨੇ ਸਾਡੇ ਲਈ ਪ੍ਰਚਾਰ ਕਰਤਾ ਨਾ, ਜਿਹੜੇ RSS ਟਾਈਪ ਗੌਰਮੈਂਟਾਂ ਨੇ, ਇੰਨਾ ਪ੍ਰਚਾਰ ਅਸੀਂ 40 ਸਾਲਾਂ 'ਚ ਨਹੀਂ ਕਰ ਸਕੇ ਇਹਨਾਂ ਨੇ, ਜਿੰਨੀ ਉਹ ਗੱਲ ਮੂਹਰੇ ਲੈ ਆਂਦੀ ਆ। ਇੰਡੀਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਅਪਸੈਟ ਆ ਇਸ ਟਾਈਮ 'ਤੇ, ਪਰ ਜੋ ਹੋ ਗਿਆ ਹੁਣ, ਜਿੱਦਾਂ ਨਹੀਂ ਕਹਿੰਦੇ ਹੁੰਦੇ ਆ ਬਿੱਲੀ ਥੈਲੇ 'ਚੋਂ ਹੁਣ ਨਿਕਲ ਗਈ ਆ, ਹੁਣ ਉਹ ਸਾਂਭਣ ਦੀ ਗੱਲ ਹੋਈ ਪਈ ਆ ਵੀ ਇਹਨਾਂ ਨੇ ਸਾਂਭਣਾ ਕਿੱਦਾਂ। ਤੇ ਇਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਪਾਵਰ 'ਚ ਕਹਿੰਦੇ ਆ ਨਾ, ਕਹਿੰਦੇ ਹਜ਼ਾਰਾਂ ਸਾਲ ਦੀ ਗੁਲਾਮੀ ਕਰਕੇ ਜਦੋਂ ਕਿਸੇ ਨੂੰ ਪਾਵਰ ਮਿਲਦੀ ਆ ਉਹ ਪਾਗਲ ਹੋ ਜਾਂਦਾ, ਸ਼ਾਇਦ ਮੈਂ ਕਿਤੇ ਸੁਣਿਆ ਸੀ। ਇਹਨਾਂ ਦਾ ਉਹ ਹਾਲ ਆ, ਇਹਨਾਂ ਨੂੰ ਇਹ ਲੱਗਣ ਲੱਗ ਗਿਆ ਸੀਗਾ ਸਾਰੀ ਦੁਨੀਆ ਸਾਡੇ ਨਾਲ ਆ, ਅਸੀਂ ਵੀ ਸੁਪਰ ਪਾਵਰ ਬਣਨ ਲੱਗੇ, ਅਸੀਂ ਕੁਛ ਵੀ ਕਰ ਸਕਦੇ ਹਾਂ। ਇਹਨਾਂ ਨੇ ਮੈਨੂੰ ਅੱਤ ਚੱਕ ਲਈ ਸੀ, ਤੁਸੀਂ ਰਸ਼ੀਆ ਨੂੰ ਵਾਚ ਕਰੋ, US ਨੂੰ ਵਾਚ ਕਰੋ, ਕੈਨੇਡਾ, UK, ਇਹ ਵੀ ਨਹੀਂ ਇੰਨਾ ਕਰਦੇ। ਰਿਸ਼ੀ ਸੁਨਕ ਦਾ ਮੈਂ ਦੇਖਿਆ ਵੀ ਆਮ ਪਬਲਿਕ ਵੀ ਇਹਨਾਂ ਨਾਲ ਖੁਸ਼ ਨਹੀਂ ਗਈ, ਨਾ ਪੋਲੀਟੀਸ਼ੀਅਨ। ਸੋ ਇਹਨਾਂ ਦਾ ਹੋ ਸਕਦਾ ਚੇਂਜ ਆ ਜਾਵੇ। ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਰਾਂ ਨੇ ਪਿਛਲੇ ਦਿਨੀ ਪਾਰਲੀਮੈਂਟ ਦੇ ਵਿੱਚ ਇੱਕ ਬਿਆਨ ਦੇ ਕੇ ਤੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ। ਇਸ ਬਿਆਨ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਵਸਣ ਵਾਲੇ ਸਿੱਖ ਹੀ ਨਹੀਂ ਬਲਕਿ ਹਿਊਮਨ ਰਾਈਟਸ ਨੂੰ ਪਸੰਦ ਕਰਨ ਵਾਲੇ ਲੋਕ ਵੀ ਪੱਬਾਂ ਭਾਰ ਹੋ ਗਏ ਤੇ ਇਸ ਖਬਰ ਨੂੰ ਜਿਹੜਾ ਪੜ੍ਹ ਰਹੇ ਨੇ, ਸੁਣ ਰਹੇ ਨੇ। ਕੋਈ ਐਸਾ ਦੇਸ਼ ਨਹੀਂ ਬਚਿਆ ਜਿਸ ਦੇ ਨਿਊਜ਼ ਚੈਨਲ ਅਤੇ ਜਿਹੜੇ ਨੈਸ਼ਨਲ TV ਹੁੰਦੇ ਨੇ ਉਹਨਾਂ ਨੇ ਇਸ ਖਬਰ ਨੂੰ ਹੈਡਲਾਈਨ ਬਣਾ ਕੇ ਨਾ ਪੇਸ਼ ਕੀਤਾ ਹੋਵੇ। ਇਸ ਖਬਰ ਦੇ ਇਸ ਘਟਨਾਕ੍ਰਮ ਤੋਂ ਬਾਅਦ ਆਪਾਂ ਇਹ ਕਹਿ ਲਈਏ ਕਿ ਕੈਨੇਡਾ ਤੇ ਭਾਰਤ ਦੇ ਵਿੱਚ ਇੱਕ ਤਰ੍ਹਾਂ ਦਾ ਦੋਫਾੜ ਹੋ ਗਿਆ, ਸਾਰੀਆਂ ਡੀਲਾਂ ਬੰਦ ਹੋ ਗਈਆਂ, ਇੱਕ ਦੂਸਰੇ ਦੇ ਡਿਪਲੋਮੈਟ ਤੱਕ ਵਾਪਸ ਸੱਦ ਲਏ ਗਏ ਨੇ। ਸੋ ਆਉਂਦੇ ਦਿਨਾਂ ਦੇ ਵਿੱਚ ਇਹ ਵਿਵਾਦ ਹੋਰ ਵਧੇਗਾ। ਇਸ ਵਿਵਾਦ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਅਮਰੀਕਾ ਜਿਹਨੂੰ ਸਰਪੰਚ ਮੰਨਿਆ ਜਾਂਦਾ ਹੈ ਉਹ ਵੀ ਸ਼ਾਮਲ ਹੋ ਚੁੱਕਿਆ, ਕਿਉਂਕਿ ਉਹਨਾਂ ਵੱਲੋਂ ਵੀ ਬਿਆਨ ਆ ਗਿਆ। ਆਸਟ੍ਰੇਲੀਆ ਜਿਹਨੂੰ ਬਹੁਤ ਵੈਸਟਰਨ ਜਿਹਨੂੰ ਬਹੁਤ ਵਿਕਸਿਤ ਮੁਲਕ ਕਿਹਾ ਜਾਂਦਾ ਹੈ, ਬੜਾ ਖੂਬਸੂਰਤ ਮੁਲਕ ਹੈ ਜਿੱਥੇ ਵੱਡੀ ਤਾਦਾਦ ਦੇ ਵਿੱਚ ਸਿੱਖ ਹਿੰਦੂ ਭਾਈਚਾਰਾ ਵਸਦਾ ਹੈ, ਉਹਨਾਂ ਵੱਲੋਂ ਵੀ ਇਹ ਬਿਆਨ ਆ ਗਿਆ ਕਿ ਅਸੀਂ ਵੀ ਕੰਸਰਨਡ ਹੈ ਇਸ ਮਾਮਲੇ ਨੂੰ ਲੈ ਕੇ, ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਹੋਇਆ ਕੀ ਹੈ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਕਤਲ ਹੋ ਗਿਆ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਇਨਵੈਸਟੀਗੇਸ਼ਨ ਕਰਨ ਦੇ ਲਈ ਕੈਨੇਡਾ ਸਰਕਾਰ ਨੂੰ ਕਹਿ ਰਹੀਆਂ ਸੀ। ਪਰ ਦੂਸਰੇ ਪਾਸੇ ਭਾਰਤ ਨੇ ਓਫੀਸ਼ੀਅਲੀ ਇਸ ਗੱਲ ਦਾ ਕਦੇ ਵੀ ਹਾਮੀ ਨਹੀਂ ਭਰੀ ਕਿ ਇਹ ਕੰਮ ਅਸੀਂ ਕੀਤਾ ਹੈ, ਪਰ ਕੁਝ ਯੂਟਿਊਬਰ ਜਿਹੜੇ ਇਸ ਤਰ੍ਹਾਂ ਦੇ ਭੜਕਾਊ ਬਿਆਨ ਦੇਣ ਵਾਲੇ ਲੋਕ ਨੇ, ਜਿਹਦੇ ਵਿੱਚੋਂ ਮੇਜਰ ਗੌਰਵ ਆਰਿਆ ਦਾ ਨਾਮ ਵੀ ਆਉਂਦਾ ਹੈ, ਉਹ ਅਕਸਰ ਇਹ ਗੱਲਾਂ ਕਹਿੰਦਾ ਰਿਹਾ ਕਿ ਰॉ ਵੱਲੋਂ, ਜੋ ਕਿ ਇੰਡੀਆ ਦੀ ਖੁਫੀਆ ਏਜੰਸੀ ਹੈ, ਰॉ ਵੱਲੋਂ ਇਹ ਕਤਲ ਕੀਤੇ ਗਏ ਨੇ, ਉਹ ਹਾਮੀ ਭਰਦੇ ਰਹੇ ਆ। ਉਸ ਤੋਂ ਬਾਅਦ ਹੋਰ ਵੀ ਭੜਕਾਊ ਗੱਲਾਂ ਕਰਦੇ ਰਹੇ ਹੈ, ਪਰ ਅੱਜ ਜਦੋਂ ਜਸਟਿਨ ਟਰੂਡੋ ਨੇ ਇਹ ਬਿਆਨ ਦਿੱਤਾ, ਉਸ ਤੋਂ ਬਾਅਦ ਭਾਰਤ ਨੇ ਕੋਰੀ ਨਾ ਕਰ ਦਿੱਤੀ ਹੈ ਕਿ ਸਾਡਾ ਕੰਮ ਨਹੀਂ ਹੈ। ਪਰ ਵਿਵਾਦ ਵੱਡੇ ਪੱਧਰ ਦੇ ਉੱਤੇ ਭਖ ਚੁੱਕਿਆ ਹੈ। ਇਸ ਦੇ ਉੱਤੇ ਗੱਲਬਾਤ ਕਰਾਂਗੇ। ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕੁਲਦੀਪ ਸਿੰਘ ਜੀ ਦਿਓਲ, ਜੋ ਕਿ ਪ੍ਰੈਜ਼ੀਡੈਂਟ ਨੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਘਮ ਦੇ, ਜੁੜ ਚੁੱਕੇ ਨੇ। ਆਓ ਜਾਣਦੇ ਉਹਨਾਂ ਦੇ ਕੋਲੋਂ ਸਾਰਾ ਮਸਲਾ। ਪਹਿਲਾਂ ਵੈਲਕਮ ਕਰਦੇ ਹਾਂ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਤੇ ਭਾਈ ਸਾਹਿਬ ਚੜ੍ਹਦੀ ਕਲਾ ਭਾਜੀ, ਠੀਕ ਠਾਕ ਹੋ ਜੀ? ਚੜ੍ਹਦੀ ਕਲਾ ਜੀ, ਤੁਸੀਂ ਠੀਕ? ਇਹ ਕੀ ਨੇਰੀ ਲਿਆਂਦੀ ਹੈ, ਇਹ ਪੂਰੀ ਦੁਨੀਆ ਜਿਹੜੀ ਹੈ ਹਿੱਲੀ ਹੋਈ ਲੱਗਦੀ ਹੈ ਇਸ ਵੇਲੇ ਜੀਓ ਪੋਲਿਟਿਕਸ ਦੇ ਵਿੱਚ। ਕੀ ਭੁਚਾਲ ਆ ਗਿਆ, ਇਹਨੂੰ ਕਿਵੇਂ ਦੇਖਦੇ ਹੋ ਤੁਸੀਂ?
ਹਾਂਜੀ, ਸੋ ਪਹਿਲਾਂ ਤਾਂ ਆਪਾਂ ਜੇ G20 ਵੱਲ ਝਾਤ ਮਾਰੀਏ, ਉਦੋਂ ਲੱਗਦਾ ਸੀਗਾ ਕਿ ਦੇਖੋ ਜੀ ਵੀ ਇੰਨਾ ਜੈਨੋਸਾਈਡ ਹੋਇਆ, ਹੁਣ ਤੱਕ ਧੱਕਾ ਹੋ ਰਿਹਾ ਮਾਈਨੋਰਿਟੀਜ਼ ਨਾਲ, ਇਕੱਲੇ ਸਿੱਖਾਂ ਨਾਲ ਨਹੀਂ, ਮੁਸਲਮਾਨਾਂ ਨਾਲ ਵੀ, ਕ੍ਰਿਸਚੀਅਨਸ ਨਾਲ ਵੀ। ਰੀਸੈਂਟਲੀ ਆਪਾਂ ਦੇਖਿਆ ਮਨੀਪੁਰ ਵਿੱਚ, ਤੇ ਦੇਖੋ ਵੀ ਇਹ ਮੁਲਕ ਉੱਥੇ ਜਾ ਰਹੇ ਆ, ਪਰ ਉੱਥੇ ਫਿਰ ਇਹਨਾਂ ਦੀ ਆਪਸ ਵਿੱਚ ਕੰਟਰੋਵਰਸੀ ਹੋ ਗਈ, ਕੁਛ ਅਮਰੀਕਾ ਨਾਲ, ਕੁਛ ਕੈਨੇਡਾ ਨਾਲ ਵੀ ਕੰਟਰੋਵਰਸੀ ਹੋਈ। ਉੱਥੇ ਇਹਨਾਂ ਨੇ ਜ਼ੋਰ ਦਿੱਤਾ ਹੋਇਆ ਸੀਗਾ ਗਵਰਨਮੈਂਟ ਆਫ ਇੰਡੀਆ ਨੇ ਕਿ ਜਿਹੜਾ ਇੰਡੀਆ ਦਾ ਨਾਂ ਭਾਰਤ ਅਸੀਂ ਦੇਸ਼ ਮੂਹਰੇ ਜ਼ਾਹਰ ਕਰਨਾ, ਇਹਨਾਂ ਨੂੰ ਆਪਦੀ ਬ੍ਰਾਂਡਿੰਗ ਦੀ ਪਈ ਸੀ, ਹੈ ਨਾ। ਜਿਹੜੀ ਗਰੀਬੀ ਸੀ ਉਹ ਇਹਨਾਂ ਨੇ ਉਹ ਹਰੇ ਜਿਹੇ ਕੱਪੜੇ ਨਾਲ ਢੱਕ ਕੇ ਰੱਖਤੀ ਵੀ ਖਣੀ ਲੋਕਾਂ ਨੂੰ ਪਤਾ ਨਹੀਂ ਲੱਗਣਾ। ਜਰਨਲਿਸਟ ਤਾਂ ਮੈਂ ਸੁਣਿਆ ਫਿਰ ਵੀ ਵਿੱਚ ਜਾ ਕੇ ਦੇਖ ਆਏ, ਰਿਪੋਰਟ ਵੀ ਕਰਤਾ। ਤੇ ਫਿਰ ਉੱਥੇ ਵੀ ਇਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੋਊਗੀ, ਸ਼ਾਇਦ ਬਾਈਡਨ ਨੇ ਵੀ, ਟਰੂਡੋ ਨੇ ਵੀ, ਸ਼ਾਇਦ ਇਹਨਾਂ ਨੇ ਭਰਵਾਂ ਹੰਗਾਰਾ ਨਾ ਦਿੱਤਾ ਹੋਵੇ। ਫਿਰ ਮੁੜ ਕੇ ਆ ਕੇ ਤੁਸੀਂ ਨੋਟ ਕੀਤਾ ਹੋਣਾ, ਜਦੋਂ ਬਾਈਡਨ ਵੀ ਵੀਅਟਨਾਮ ਨੂੰ ਗਿਆ, ਉੱਥੇ ਜਾ ਕੇ ਵੀ ਉਹਨੇ ਖੁਲਾਸੇ ਕੀਤੇ ਕਿ ਮੇਰੇ ਕੋਲ ਫਰੀਡਮ ਆਫ ਸਪੀਚ ਨਹੀਂ ਸੀ, ਵੀ ਗਲਤ ਹੋ ਰਿਹਾ, ਵੀ ਥੋੜ੍ਹਾ ਜਿਹਾ ਇੰਡੀਆ ਨੂੰ ਸੰਭਲਣਾ ਚਾਹੀਦਾ, ਇੱਦਾਂ ਦੀਆਂ ਗੱਲਾਂ ਕੀਤੀਆਂ। ਟਰੂਡੋ ਤਾਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਹਿਤਾ ਸੀ, ਸ਼ਾਇਦ ਉੱਥੇ G20 'ਤੇ ਹੀ ਕਿਸੇ ਨੇ ਇੰਟਰਵਿਊ ਕੀਤੀ ਸੀ, ਉਹਨਾਂ ਨੇ ਕਿਹਾ ਕਿ ਦੇਖੋ ਵੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਸੀਗਾ ਵੀ ਇੰਡੀਆ ਦੇ ਅਤੇ ਕੈਨੇਡਾ ਦੇ ਰਿਲੇਸ਼ਨਸ ਬਾਰੇ, ਅਤੇ ਉਹਨਾਂ ਨੇ ਇੰਟਰਫੇਰੈਂਸ ਦਾ ਗੱਲ ਕੀਤੀ ਸੀ। ਸੋ ਉਹਨਾਂ ਨੇ ਥੋੜ੍ਹਾ ਜਿਹਾ ਸੰਕੋਚ ਕੇ ਗੱਲ ਤੋਰੀ, ਹੈ ਨਾ, ਅਤੇ ਉਹਨਾਂ ਨੇ ਕਿਹਾ ਕਿ ਅਸੀਂ ਗੱਲ ਕੀਤੀ ਆ, ਪਰ ਜਿਹੜੀ ਹੁਣ ਗੱਲ ਹੋਈ ਆ, ਜਿਹੜਾ ਇਹਨਾਂ ਨੇ ਪਾਰਲੀਮੈਂਟ ਵਿੱਚ ਖੜ੍ਹ ਕੇ ਐਨ ਖੁਲਾਸੇ ਕੀਤੇ, ਅਤੇ ਇਹੀ ਨਹੀਂ ਕਿ ਉਹ ਸਾਰੇ ਵਰਲਡ 'ਚ ਫੈਲ ਗਈ ਗੱਲ, ਜਾਣੀ ਹੋਰ ਵੀ ਜਿਹੜੇ ਪੋਲੀਟੀਸ਼ੀਅਨ ਸੀ, ਜਗਮੀਤ ਸਿੰਘ ਹੁਣੀ ਵੀ, ਹੋਰ ਵੀ ਕਈ ਜਿੱਦਾਂ, ਹਾਂਜੀ, ਜਗਮੀਤ ਸਿੰਘ ਨੇ ਦੇਖੋ ਈਵਨ ਪੰਜਾਬੀ 'ਚ ਵੀ ਸੰਬੋਧਨ ਕੀਤਾ ਸਾਰਿਆਂ ਨੂੰ, ਹੈ ਨਾ। ਸੋ ਮਤਲਬ ਇਹ ਹੋਇਆ ਕਿ ਉਹਦਾ ਇੰਪੈਕਟ ਐਡਾ ਵੱਡਾ ਪਿਆ। ਜਿਹੜੇ ਸਿੰਘਣੀਆਂ ਜਿਹੜੇ ਸੇਵਾਦਾਰ ਨੇੜਿਓਂ ਦੇਖਦੇ, ਤੁਸੀਂ ਵੀ ਜਿੱਦਾਂ ਮੀਡੀਆ, ਕਈ ਲੋਕ ਕਹਿ ਰਹੇ ਆ 20-25 ਸਾਲਾਂ 'ਚ ਮੇ ਬੀ ਮੋਰ ਵੀ ਐਡਾ ਵੱਡਾ ਇੰਪੈਕਟ ਵਾਲਾ ਕੁਛ ਨਹੀਂ ਹਿਲਜੁਲ ਹੋਈ। ਸੋ ਹੁਣ ਦੇਖੋ ਤੁਸੀਂ ਨਿਊਜ਼ਪੇਪਰਾਂ 'ਚ, ਇੱਥੇ UK 'ਚ ਇੰਟਰਨੈਸ਼ਨਲੀ ਮੀਡੀਆ ਚੈਨਲ, ਈਵਨ BBC ਵੀ ਚੱਕ ਰਹੀ ਹੈ ਗੱਲ ਨੂੰ, ਅਤੇ ਉਹਨਾਂ ਨੇ ਵੀ ਜਿਹੜਾ ਉਹਨਾਂ ਦਾ ਨੈਰੇਟਿਵ ਚੇਂਜ ਹੋ ਗਿਆ ਖਾਲਿਸਤਾਨ ਬਾਰੇ। ਸੋ ਮੈਂ ਕਹਿੰਦਾ ਜਿੰਨਾ ਇਹਨਾਂ ਨੇ ਸਾਡੇ ਲਈ ਪ੍ਰਚਾਰ ਕਰਤਾ ਨਾ, ਆ ਜਿਹੜੇ RSS ਟਾਈਪ ਗੌਰਮੈਂਟਾਂ ਨੇ, ਇੰਨਾ ਪ੍ਰਚਾਰ ਅਸੀਂ 40 ਸਾਲਾਂ 'ਚ ਨਹੀਂ ਕਰ ਸਕੇ ਇਹਨਾਂ ਨੇ, ਜਿੰਨੀ ਉਹ ਗੱਲ ਮੂਹਰੇ ਲੈ ਆਂਦੀ ਆ। ਅਤੇ ਜਿਹੜੇ ਸਾਡੇ ਸਿੰਘ ਥੋੜ੍ਹੇ ਟਾਈਮ 'ਚ 5-6 ਸਾਲਾਂ 'ਚ ਹੀ ਕਹਿ ਲਓ ਸ਼ਹੀਦ ਕੀਤੇ ਆ, ਕੋਈ ਪਾਕਿਸਤਾਨ ਦੀ ਧਰਤੀ 'ਤੇ, ਕੋਈ ਕੈਨੇਡਾ ਦੀ ਧਰਤੀ 'ਤੇ, ਕੋਈ ਇੱਥੇ UK ਜਿੱਦਾਂ ਭਾਈ ਅਵਤਾਰ ਸਿੰਘ ਖੰਡਾ, ਅਤੇ ਉਹ ਚੀਜ਼ਾਂ ਹੁਣ ਸਾਰੀਆਂ ਲਾਈਵ ਹੋ ਗਈਆਂ। ਤੁਸੀਂ ਮੀਡੀਆ ਦੇਖੋ, ਜੱਗੀ ਦਾ ਵੀ ਲਾਈਵ ਹੋਇਆ ਫਿਰਦਾ, ਭਾਈ ਅਵਤਾਰ ਸਿੰਘ ਖੰਡਾ ਦੇ ਵੀ ਕੀ ਸੀ, ਵੀ ਉਹ ਕਿੱਦਾਂ ਉਹਨਾਂ ਦੀ ਡੈਥ ਹੁੰਦੀ ਆ। ਦੇਖੋ ਇੱਕ ਬਰੋਡਸ਼ੀਟ ਸੀ ਉਹਦੇ 'ਚ ਵੀ, ਪਰ ਬਰੋਡਸ਼ੀਟਾਂ ਤਾਂ ਅੱਜ ਸਾਰੀਆਂ ਹੀ ਭਰੀਆਂ ਪਈਆਂ ਸੀ ਇਸ ਖਬਰ ਨਾਲ, ਟਰੂਡੋ ਦੀ ਖਬਰ ਨਾਲ। ਸੋ ਇੰਡੀਆ ਮੈਨੂੰ ਲੱਗਦਾ ਬਹੁਤ ਜ਼ਿਆਦਾ ਅਪਸੈਟ ਆ ਇਸ ਟਾਈਮ 'ਤੇ, ਪਰ ਜੋ ਹੋ ਗਿਆ ਹੁਣ, ਜਿੱਦਾਂ ਨਹੀਂ ਕਹਿੰਦੇ ਹੁੰਦੇ ਆ ਬਿੱਲੀ ਥੈਲੇ 'ਚੋਂ ਹੁਣ ਨਿਕਲ ਗਈ ਆ, ਹੁਣ ਉਹ ਸਾਂਭਣ ਦੀ ਗੱਲ ਹੋਈ ਪਈ ਆ ਵੀ ਇਹਨਾਂ ਨੇ ਸਾਂਭਣਾ ਕਿੱਦਾਂ। ਅੱਛਾ, ਮੈਂ ਕੁਝ ਸਵਾਲ ਜਿਹੜੇ ਤੁਹਾਨੂੰ ਕਰਾਂਗਾ ਉਸ ਹਿਸਾਬ ਨਾਲ ਤੁਹਾਡੇ ਕੋਲੋਂ ਜਵਾਬ ਲਵਾਂਗਾ, ਕਿਉਂਕਿ ਬਹੁਤ ਸਾਰੇ ਸਵਾਲ ਨੇ ਮੇਰੇ ਮਨ ਦੇ ਵਿੱਚ। ਜਸਟਿਨ ਟਰੂਡੋ ਹੋਰਾਂ ਨੇ ਜਦੋਂ ਭਾਰਤ ਜਾਣਾ ਸੀ G20 ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ, ਕਹਿੰਦੇ ਆ ਕਿ ਉਹਨਾਂ ਨੇ ਜਾਣ ਤੋਂ ਪਹਿਲਾਂ ਡੀਲ, ਜਿਹੜੀ ਵਪਾਰਕ ਡੀਲ ਸੀਗੀ, ਉਹ ਬੰਦ ਕਰਤੀ ਸੀ, ਸਟਾਪ ਕਰ ਦਿੱਤੀ ਸੀਗੀ, ਫਿਰ ਉਹ ਇੰਡੀਆ ਜਾਂਦੇ ਨੇ। ਉਸ ਵੇਲੇ ਲੋਕ ਸੋਚ ਰਹੇ ਸੀ ਕਿ ਆਖਰ ਐਸਾ ਕੀ ਹੋ ਗਿਆ, ਇੱਕ ਪਾਸੇ ਤਾਂ ਜਾ ਰਹੇ ਨੇ ਪਰ ਪਹਿਲਾਂ ਡੀਲ ਵੀ ਬੰਦ ਕਰ ਦਿੱਤੀ ਹੈ। ਦੂਸਰੀ ਘਟਨਾ, ਜਿਹੜਾ ਉਹਨਾਂ ਦਾ ਜਹਾਜ਼ ਖਰਾਬ ਹੋ ਗਿਆ ਉੱਥੇ ਜਦੋਂ ਵਾਪਸ ਆ ਰਹੇ ਸੀਗੇ, ਉਸ ਵੇਲੇ ਜਹਾਜ਼ ਖਰਾਬ ਹੋ ਗਿਆ, 2 ਦਿਨ ਉਹਨਾਂ ਨੂੰ ਐਕਸਟਰਾ ਰਹਿਣਾ ਪਿਆ ਕਿਸੇ ਹੋਟਲ ਦੇ ਵਿੱਚ, ਉੱਥੇ ਜਿੱਥੇ ਵੀ ਉਹਨਾਂ ਦਾ ਇੰਤਜ਼ਾਮ ਹੋਊਗਾ। ਭਾਰਤ ਨੇ ਪੇਸ਼ਕਸ਼ ਕੀਤੀ ਕਿ ਅਸੀਂ ਆਪਣਾ ਜਹਾਜ਼ ਦੇ ਦਿੰਦੇ, ਉਹ ਕਹਿੰਦੇ ਨਹੀਂ, ਪਰ ਕੈਨੇਡੀਅਨ ਜਹਾਜ਼ ਮੁੜ ਕੇ ਆਉਂਦਾ, ਉਹ ਲੈ ਕੇ ਜਾਂਦਾ ਜਸਟਿਨ ਟਰੂਡੋ ਨੂੰ, ਹੈ ਨਾ। ਸੋ ਇਹ ਘਟਨਾਵਾਂ ਜਿਹੜੀਆਂ ਹੋਈਆਂ, ਇੱਕ ਜਿਹੜੀ ਡੀਲ ਬੰਦ ਕਰ ਦੇਣੀ, ਉਸ ਤੋਂ ਬਾਅਦ ਇੰਡੀਆ ਦੇ ਵਿੱਚ ਉਹਨਾਂ ਨੂੰ ਰੋਕਣਾ। ਪਰ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਜਦੋਂ ਪਿਛਲੀ ਵਾਰ ਜਸਟਿਨ ਟਰੂਡੋ ਗਏ ਸੀਗੇ, ਉਦੋਂ ਵੀ ਉਹਨਾਂ ਦੇ ਨਾਲ ਕੋਈ ਚੰਗਾ ਸਲੂਕ ਨਹੀਂ ਸੀ ਕੀਤਾ ਗਿਆ, ਹੈ ਨਾ। ਮਤਲਬ ਇਸ ਵਾਰ ਵੀ ਉਹ ਸਾਰਾ ਕੁਝ ਹੋਇਆ। ਸੋ ਇਹ ਜਿਹੜੀ ਡੀਲ ਬੰਦ ਕਰਕੇ ਜਾਣਾ, ਜਾਂ ਫਿਰ ਇਹ ਆਪਾਂ ਨਾਲ ਇਹ ਵੀ ਜੋੜ ਦਈਏ ਵੀ ਇੰਗਲੈਂਡ ਵਾਲਿਆਂ ਨੇ ਵੀ ਇਹੀ ਗੱਲ ਕਹੀ ਹੈ ਵੀ ਕੋਈ ਡੀਲ ਦਾ ਪੱਕਾ ਨਹੀਂ ਹੈਗਾ ਇੰਡੀਆ ਦੇ ਨਾਲ, ਉਹ ਵੀ ਮਤਲਬ ਨਾਵਾਚਕ ਜਿਹਾ ਕੰਮ ਸੀਗਾ ਉਹਨਾਂ ਦੇ ਜਿਹੜੇ ਖਿਆਲ ਸੀਗੇ ਵੀ ਪਤਾ ਨਹੀਂ ਵਪਾਰ ਹੋਣਾ ਜਾਂ ਨਹੀਂ ਹੋਣਾ। ਸੋ ਮਤਲਬ ਇਹਨਾਂ ਨੂੰ ਪਹਿਲਾਂ ਤੋਂ ਪਤਾ ਸੀਗਾ G20 ਸੰਮੇਲਨ ਜਾਣ ਤੋਂ ਪਹਿਲਾਂ। ਸੋ ਜਿੰਨਾ ਕੁ ਆਪਾਂ ਟਰੂਡੋ ਨੂੰ ਫੋਲੋ ਕੀਤਾ, ਹੈ ਨਾ, ਇਹ ਦੇਖਿਆ ਕਿ ਉਹ ਸੱਚ ਦੀ ਗੱਲ ਕਰ ਰਹੇ ਸੀ। ਸੋ ਜਿਹੜਾ ਬੰਦਾ, ਦੇਖੋ ਵਰਲਡਸ ਬਿਗੇਸਟ ਡੈਮੋਕ੍ਰੇਸੀ ਕਿਹਾ ਜਾਂਦਾ ਨਾ ਇੰਡੀਆ ਨੂੰ, ਪਰ ਆਪਾਂ ਇਹ ਸੋਚ ਸਕਦੇ ਹਾਂ ਵਰਲਡਸ ਬਿਗੇਸਟ ਡਿਕਟੇਟਰਸ਼ਿਪ ਜੋ ਹੋ ਰਿਹਾ, ਜਿੱਦਾਂ ਧੱਕੇ ਹੋ ਰਹੇ ਆ ਲੋਕਾਂ ਨਾਲ, ਘੱਟ ਗਿਣਤੀਆਂ ਨਾਲ, ਗਲਤ। ਦੇਖੋ ਰੇਪ ਕੈਪੀਟਲ ਬਣੇ ਪਏ ਆ ਇੰਡੀਆ 'ਚ, ਜਿੱਦਾਂ ਆਪਣੇ ਵੱਡੇ ਸ਼ਹਿਰ ਆ, ਜਿੱਦਾਂ ਦਿੱਲੀ ਹੋ ਗਿਆ, ਹੋਰ ਸਾਰਾ, ਹੈ ਨਾ। ਅਤੇ
ਇਹਨਾਂ ਨੂੰ ਜੇ ਕੋਈ ਆਵਾਜ਼ ਚੱਕਦਾ ਭਾਵੇਂ ਉਹ ਲੀਡਰ ਹੀ ਆ ਉਹਦੇ ਨਾਲ ਤਾਂ ਫਿਰ ਇਹਨਾਂ ਨੇ ਰੁੱਖੇ ਚੱਲਣਾ ਹੀ ਆ। ਸੋ ਹਾਂਜੀ ਗੱਲ ਸਹੀ ਆ, ਅੱਗੇ ਵੀ ਜਦੋਂ ਗਏ ਸੀ ਰੁੱਖੇ ਚੱਲੇ ਸੀਗੇ, ਹੁਣ ਵੀ ਬਾਹਲਾ ਵਧੀਆ ਵਰਤਾਰਾ ਨਹੀਂ ਕੀਤਾ। ਜਿਹੜੀ ਜਹਾਜ਼ ਦੀ ਗੱਲ ਆ, ਕਹਿੰਦੇ ਹੋਟਲ 'ਚ ਹੀ ਰਹੇ, ਜਿੱਦਾਂ ਇੱਕ ਕਿਸਮ ਦਾ ਬੰਦਾ ਟਰੈਪ ਹੀ ਹੋ ਜਾਂਦਾ ਵੀ ਆਪਦੀ ਸੇਫਟੀ ਦੀ ਵੀ ਹੁੰਦੀ ਆ ਹੈ ਨਾ। ਅਤੇ ਹਾਂ ਉਹ ਸੋ ਜਿੱਦਾਂ ਨਹੀਂ ਕਹਿੰਦੇ ਹੁੰਦੇ ਆ ਵੀ ਉਹ ਰੋਟੀ ਦੀ ਸ਼ਾਇਦ ਸਾਂਝ ਨਾ ਇਹਨਾਂ ਨਾਲ ਕਰਨਾ ਚਾਹੁੰਦੇ ਹੋਣ। ਜੇ ਤੁਸੀਂ ਫੇਵਰ ਲੈ ਲਈ ਫਿਰ ਤੁਸੀਂ ਗੱਲ ਕਿੱਦਾਂ ਖੁੱਲ੍ਹ ਕੇ ਕਰੋਗੇ, ਸ਼ਾਇਦ ਟਰੂਡੋ ਆਹ ਸੋਚੀ ਬੈਠਾ ਹੋਵੇ। ਆਪਣੇ ਬੰਦਿਆਂ 'ਚ ਵੀ ਇਹ ਗੱਲ ਹੁੰਦੀ ਆ, ਜੇ ਬਈ ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨੀ ਹੈ, ਜਿੱਥੇ ਬਈ ਤੁਸੀਂ ਗਲਤ ਤੋਂ ਗਲਤ ਨੂੰ ਗਲਤ ਕਹਿਣਾ, ਫਿਰ ਅਸੀਂ ਜੇ ਤੋਂ ਫੇਵਰ ਲੈ ਲਿਆ ਫਿਰ ਅਸੀਂ ਤੁਹਾਨੂੰ ਤਾੜ ਕੇ ਕਹਿ ਨਹੀਂ ਸਕਦੇ ਹੈ ਨਾ। ਬਿਲਕੁਲ ਬਿਲਕੁਲ, ਇਹ ਵੀ ਇੱਕ ਪੁਆਇੰਟ ਹੈਗਾ। ਅਤੇ ਜੋ ਫਿਰ ਆ ਕੇ ਉਹਨਾਂ ਨੇ ਗੁੱਸਾ ਕੱਢਿਆ, ਆਪਾਂ ਕਹਿ ਲਈਏ ਵੀ ਕੋਈ ਜ਼ਿਆਦਾ ਟਾਈਮ ਨਹੀਂ ਪਾਇਆ, ਇੰਡੀਆ ਤੋਂ ਵਾਪਸ ਆਏ ਆ, ਉਸ ਤੋਂ ਬਾਅਦ ਵੀਕਐਂਡ ਆ ਜਾਂਦਾ, ਵੀਕਐਂਡ ਤੇ ਪਾਰਲੀਮੈਂਟ ਨਹੀਂ ਖੁੱਲ੍ਹਦੀ ਹੋਊਗੀ। ਸੋ ਸੋਮਵਾਰ ਆਉਂਦਾ, ਮੰਡੇ ਵਾਲੇ ਦਿਨ ਉਹਨਾਂ ਨੇ ਆਉਂਦੇ ਹੀ ਧਮਾਕਾ ਕਰ ਦਿੱਤਾ ਤੇ ਕਿਹਾ ਕਿ ਮਿਸਟਰ ਸਪੀਕਰ ਇਹ ਬਹੁਤ ਮੈਂ ਐਕਸਟ੍ਰੀਮਲੀ ਸੀਰੀਅਸ ਮਸਲਾ ਹੈ ਜਿਹੜਾ ਅੱਜ ਕਰਨ ਲੱਗਾ ਹੈ ਨਾ। ਸੋ ਕੈਨੇਡੀਅਨਸ ਦੀ ਸੇਫਟੀ ਸਿਕਿਉਰਿਟੀ ਦਾ ਮਸਲਾ ਅੱਜ ਬਣ ਗਿਆ, ਕਿਸੇ ਨੇ ਬਾਹਰੋਂ ਆ ਕੇ ਹਮਲਾ ਕੀਤਾ। ਸੋ ਐਡੇ ਵੱਡੇ ਪੱਧਰ ਦੇ ਉੱਤੇ ਇਹ ਬਿਆਨ ਅੱਜ ਤੱਕ ਨਹੀਂ ਆਇਆ ਕੈਨੇਡਾ ਵੱਲੋਂ। ਇੱਕ ਕ੍ਰਿਸ਼ਕ ਕਾਂਡ ਵੀ ਹੋਇਆ ਸੀ 40 ਸਾਲ ਪਹਿਲਾਂ, ਸੋ ਉਦੋਂ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਸੀ, ਪਰ ਉਹਦੇ ਉੱਤੇ ਮਿੱਟੀ ਪਾ ਦਿੱਤੀ ਗਈ ਸੀਗੀ। ਪਰ ਇਹ ਐਡਾ ਵੱਡਾ ਬਿਆਨ ਆਉਣ ਦੇ ਕਾਰਨ ਕੀ ਵੇਖਦੇ ਹੋ, ਕਿੱਧਰ ਨੂੰ ਜਾ ਰਿਹਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਸੰਦਰਭ ਸਾਰੇ ਕਿੱਧਰ ਨੂੰ ਬਣ ਰਹੇ ਨੇ? ਸੋ ਜਿਹੜਾ ਨਿੱਜਰ ਸਾਹਿਬ ਦਾ ਜਿਹੜਾ ਸੇਫਟੀ ਦਾ ਕੰਸਰਨ ਸੀ, ਜਿਹੜੀ ਉੱਥੇ ਦੀਆਂ ਸਪਾਈ ਏਜੰਸੀਆਂ, ਉਹਨਾਂ ਨੂੰ ਸਾਰੀਆਂ ਏਜੰਸੀਆਂ ਨੂੰ ਪਹਿਲਾਂ ਹੀ ਪਤਾ ਸੀ। ਉਹਨਾਂ ਨੇ ਉਹਨਾਂ ਨੂੰ ਪਹਿਲਾਂ ਅਲਰਟ ਤੇ ਪਾਇਆ ਸੀ। ਕਹਿੰਦੇ 5-6 ਸਿੰਘ ਸੀ ਸ਼ਾਇਦ, ਇੱਕ ਉਹਨਾਂ ਦੀ ਸਪੋਕਸਪਰਸਨ ਵੀ ਆ, ਮੈਨੂੰ ਨਾਂ ਵਿਸਰ ਜਾਂਦਾ, ਹੁਣ ਬੋਲ ਰਹੇ ਆ ਉਹ। ਇੱਥੇ ਦੇ ਮੀਡੀਆ ਦੇ ਵੀ ਉਹਨਾਂ ਦੀ ਗੱਲਬਾਤ ਆ ਰਹੀ ਆ। ਉਹਨਾਂ ਨੇ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦੀ ਵੀ ਗੱਲ ਕੀਤੀ ਵੀ ਤੁਹਾਡੇ ਮੁਲਕ 'ਚ ਵੀ ਇੱਦਾਂ ਹੀ ਡੈਥ ਕੀਤੀ ਗਈ ਆ ਭਾਈ ਅਵਤਾਰ ਸਿੰਘ ਖੰਡਾ ਦੀ, ਹੈ ਨਾ। ਵੀ ਮਤਲਬ ਇੱਦਾਂ ਹੀ ਹੋ ਰਿਹਾ ਵੀ ਉਹ ਕਹਿੰਦੇ ਵੀ ਸਾਡਾ ਵੀ ਨਾਂ ਲਿਸਟ 'ਤੇ ਆ। ਜਾਣੀ ਕਹਿੰਦੇ ਵੀ ਹਰਦੀਪ ਸਿੰਘ ਨਿੱਜਰ ਹੋਣਾ ਦਾ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਨਾਂ ਐਂਡ ਤੱਕ ਲਿਸਟ 'ਤੇ ਰਿਹਾ, ਪਰ ਉਹਨਾਂ ਨੇ ਕਹਿੰਦੇ ਸਾਨੂੰ 5-6 ਸਿੰਘਾਂ ਨੂੰ ਦੱਸਿਆ ਸੀ ਵੀ ਤੁਹਾਡੀ ਸੇਫਟੀ ਐਟ ਰਿਸਕ ਆ। ਉਹਨਾਂ ਨੇ ਟਰੈਕਰ ਤੱਕ ਗੱਡੀ 'ਚੋਂ ਕੱਢ ਕੇ ਰੱਖਤਾ ਸੀ, ਆਹ ਪਿਆ ਟਰੈਕਰ, ਤੁਹਾਨੂੰ ਕੋਈ ਵਾਚ ਕਰ ਰਿਹਾ ਬਾਹਰ ਨਾ ਨਿਕਲੋ। ਅਤੇ ਜਿਹੜੇ ਸਿੰਘਾਂ ਨੇ ਮੈਨੂੰ ਇਹ ਗੱਲ ਦੱਸੀ ਸੀ, ਮੈਂ ਉਹਨਾਂ ਨੂੰ ਕਿਹਾ ਪਰ ਉਹ ਤਾਂ ਗੁਰਦੁਆਰਾ ਸਾਹਿਬ ਦੀ ਕਾਰ ਪਾਰਕ 'ਚ ਉਹਨਾਂ ਨੂੰ ਗਨ ਡਾਊਨ ਕਰਤਾ। ਕਹਿੰਦੇ 50 ਸ਼ਾਟ ਲੱਗੇ ਸੀ, ਮੂੰਹ ਹੀ ਲੈ ਗਿਆ ਸੀ, ਹੈ ਨਾ। ਸੋ ਜਾਣੀ ਇੰਨੇ ਜਾਣ ਬੁੱਝ ਕੇ ਵੀ ਬੰਦਾ ਬਚੇ ਵੀ ਨਾ, ਇਹ ਵੀ ਨਹੀਂ ਵੀ ਕੌਸਕ ਗੋਲੀਆਂ ਮਾਰ ਕੇ ਵਾਰਨਿੰਗ ਕਰ ਦਈਏ। ਜਾਣੀ ਆ ਤੁਹਾਨੂੰ ਪਤਾ ਜੇ ਹੈੱਡ ਸ਼ਾਟ ਹੋ ਜਾਵੇ ਫਿਰ ਤਾਂ ਇੰਨੇ ਹੈੱਡ ਸ਼ਾਟ ਬੰਦਾ ਬਚ ਹੀ ਨਹੀਂ ਸਕਦਾ, ਮੁੜ ਕੇ ਆ ਹੀ ਨਹੀਂ ਸਕਦਾ। ਅਤੇ ਮਤਲਬ ਇਹ ਆ ਕਿ ਇਹਨਾਂ ਨੂੰ ਆਪਦੀ ਸੇਫਟੀ ਦਾ ਪਤਾ ਸੀ ਵੀ ਕੰਸਰਨ ਆ, ਪਰ ਆਪਾਂ ਇਹ ਕਹਿ ਸਕਦੇ ਵੀ ਉਹ ਚੜ੍ਹਦੀ ਕਲਾ ਵਾਲੇ ਸਿੰਘ ਸੀ। ਉਹਨਾਂ ਨੇ ਕਿਹਾ ਵੀ ਇਹੋ ਜਿਹੇ ਜਲੀਲਤਾ ਨਾ ਰਹਿਣਾ, ਘਰ ਦੇ ਅੰਦਰ ਰਹਿਣਾ। ਮਨ ਨੂੰ ਤਾਂ ਘਰ ਦੇ ਅੰਦਰ ਵੀ ਕੋਈ ਆ ਕੇ ਮਾਰ ਸਕਦਾ, ਵੀ ਇਦੋਂ ਬਿਹਤਰ ਆ ਕੇ ਅਸੀਂ ਕੌਮ ਲਈ ਕੁਛ ਕਰ ਜੀਏ, ਸੇਵਾ ਕਰੀਏ। ਅਤੇ ਕਹਿੰਦੇ ਹੁੰਦੇ ਆ ਆਪਣੇ ਸਿੰਘ ਤਾਂ ਚਾਹੁੰਦੇ ਹੁੰਦੇ ਆ ਵੀ ਸ਼ਹਾਦਤਾਂ ਪਾਈਏ ਅਤੇ ਮੁੜ ਕੇ ਆਈਏ, ਹੈ ਨਾ, ਅਤੇ ਇਸ ਕੌਮ ਦੀ ਸੇਵਾ ਕਰੀਏ, ਮਹਾਰਾਜ ਦੀ ਸੇਵਾ ਕਰੀਏ। ਸੋ ਇਹ ਗੱਲਾਂ ਜੀ, ਹਾਂਜੀ। ਸੋ ਜਿਹੜੀ ਤੁਸੀਂ ਬਾਕੀ ਕੀਤੀ ਵਰਲਡ ਵਾਈਡ, ਜਿਹੜੇ ਆਪਾਂ 40 ਸਾਲ ਹੋ ਗਏ ਰੌਲਾ ਪਾਉਂਦੇ ਰਹੇ ਵੀ ਦੇਖੋ ਜੀ ਇਹ ਆਹ ਕਰ ਰਹੇ, ਜੈਨੋਸਾਈਡ ਕਰ ਰਹੇ ਆ, ਸਾਨੂੰ ਹੀ ਨਹੀਂ ਮਾਰ ਰਹੇ, ਹੋਰਾਂ ਨੂੰ ਵੀ ਮਾਰ ਰਹੇ ਆ, ਉਹ ਚੀਜ਼ਾਂ ਸਾਰੀਆਂ ਬਾਹਰ ਆ ਗਈਆਂ। ਹੁਣ ਜਿਹੜੇ ਪੁਰਾਣੇ ਕੇਸ ਵੀ ਸੀ, ਜਿੱਦਾਂ ਮੈਂ ਅੱਗੇ ਵੀ ਜ਼ਿਕਰ ਕੀਤਾ ਸੀਗਾ, ਉਹ ਵੀ ਮੂਹਰੇ ਆ ਗਏ। ਆਹ ਸ਼ਹੀਦ ਭਾਈ ਅਵਤਾਰ ਸਿੰਘ ਖੰਡਾ ਦਾ ਵੀ ਕੇਸ ਮੂਹਰੇ ਆ ਗਿਆ ਦੁਬਾਰਾ, ਬਰੋਡਸ਼ੀਟਾਂ ਕਵਰ ਕਰ ਰਹੀਆਂ। ਉਹਨਾਂ ਦੇ ਮਾਤਾ ਜੀ ਦਾ ਬਿਆਨ ਪਾਇਆ ਵੀ ਸਾਡਾ ਪੁੱਤ 4 ਦਿਨਾਂ 'ਚ ਕੈਂਸਰ ਨਾਲ ਕਿੱਦਾਂ ਮਰ ਸਕਦਾ। ਸੋ ਹੋਰ ਵੀ ਜਿਹੜੀਆਂ ਡੈਥਾਂ ਹੋਈਆਂ ਪਿਛਲੀਆਂ ਵੀ ਮੈਂਸ਼ਨ ਹੋ ਰਹੀਆਂ, ਜਿੱਦਾਂ ਪੰਜਵੜ ਸਾਹਿਬ PhD, ਜਾਣੀ ਲਿਸਟ ਗੋਜ਼ ਔਨ ਐਂਡ ਔਨ, ਹੈ ਨਾ। ਪਰ ਜਾਣੀ ਜਿੰਨਾ ਇਹਨਾਂ ਨੇ ਨੁਕਸਾਨ ਕੀਤਾ, ਮੈਨੂੰ ਇਹ ਲੱਗਦਾ ਕਈ ਵਾਰੀ ਬੰਦਾ ਕਰੀ ਜਾਂਦਾ ਐਂ ਸੋਚਦਾ ਸਾਡੇ ਕੋਲ ਪਾਵਰ ਆ, ਅਸੀਂ ਕੁਛ ਵੀ ਕਰ ਸਕਦੇ ਹਾਂ, ਪਰ ਹੁਣ ਸਾਰਾ ਵਰਲਡ ਦੇਖ ਰਿਹਾ ਵੀ ਤੁਸੀਂ ਕੀ ਕਰ ਰਹੇ ਹੋ। ਜਸਟਿਨ ਟਰੂਡੋ ਹੋਰਾਂ ਦਾ ਮੈਂ ਸਵਾਲ ਦੁਬਾਰਾ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਐਡੇ ਵੱਡੇ ਪੱਧਰ ਦੇ ਉੱਤੇ ਬਿਆਨ ਦੇਣਾ, ਇੱਕ ਦੇਸ਼ ਦੇ ਨਾਲ ਸਿੱਧੇ ਹੋ ਜਾਣਾ, ਮਤਲਬ ਛੋਟੀ ਗੱਲ ਨਹੀਂ ਹੈ ਇਹ। ਦੋ ਦੇਸ਼ ਆਮਣੇ ਸਾਹਮਣੇ ਹੋਏ ਪਏ ਆ, ਟ੍ਰੇਡ ਡੀਲ ਬੰਦ, ਕੌਂਸੂਲੇਟ ਵਾਪਸ ਮੰਗਾਏ ਜਾ ਰਹੇ ਆ, ਉੱਥੇ ਅਮਰੀਕਾ ਵੀ ਨਾਲ ਖੜ ਗਿਆ। ਐਡੇ ਵੱਡੇ ਪੱਧਰ ਦੇ ਉੱਤੇ ਬਿਆਨ ਦੇਣਾ, ਆਖਰ ਕਿਹੜਾ ਬੈਨੀਫਿਟ ਆ ਕੈਨੇਡਾ ਦਾ ਜੋ ਐਡੇ ਵੱਡੇ ਪੱਧਰ ਤੇ ਆਪਾਂ ਕਹਿ ਲਈਏ ਵੀ ਸਿੱਖਾਂ ਦੇ ਹੱਕ 'ਚ ਭੁਗਤ ਗਿਆ? ਮੈਂ ਕਹਿੰਦਾ ਸਿੱਖਾਂ ਦੇ ਹੱਕ ਵਾਲੀ ਗੱਲ ਨਹੀਂ ਗੀ, ਜੇ ਆਪਾਂ ਸਹੀ ਮਾਣਿਆਂ 'ਚ ਸੋਚੀਏ। ਹੁਣ ਦੇਖੋ ਸਾਡਾ ਪ੍ਰਾਈਮ ਮਿਨਿਸਟਰ ਆ, ਇਹ G20 ਤੋਂ ਜਾਣ ਤੋਂ ਪਹਿਲਾਂ ਕਹਿੰਦਾ ਮੈਂ ਪ੍ਰਾਊਡ ਹਿੰਦੂ ਹਾਂ। ਵਾਹ ਜੀ ਵਾਹ, ਹੈ ਨਾ। ਰਿਪਰੈਜ਼ੈਂਟ ਤਾਂ ਤੁਸੀਂ ਸਾਰਿਆਂ ਨੂੰ ਕਰ ਰਹੇ ਹੋ। ਹੁਣ ਜੇ ਅਸੀਂ ਬਾਹਰ ਕੰਮ ਕਰਦੇ ਹਾਂ, ਤੁਸੀਂ ਵੀ ਕਰਦੇ ਹੋ, ਅਸੀਂ ਵੀ ਕਰਦੇ ਹਾਂ, ਸਾਡੀਆਂ ਵੀ ਪ੍ਰੋਫੈਸ਼ਨਲ ਜੌਬਾਂ ਹੁੰਦੀਆਂ, ਅਤੇ ਅਸੀਂ ਉੱਥੇ ਇੱਦਾਂ ਨਹੀਂ ਥੋਪਦੇ ਨਹੀਂ ਕਿਸੇ 'ਤੇ। ਸਾਨੂੰ ਕਈ ਵਾਰੀ ਇੱਦਾਂ ਵੀ ਆਪਣੇ ਆਪ ਨੂੰ ਉਹ ਹੁੰਦੇ ਕੌਨਸ਼ੀਅਸ ਜਿਹਾ ਹੋ ਜਾਂਦਾ ਵੀ ਅਸੀਂ ਇਹ ਗੱਲ ਕਰ ਸਕਦੇ ਹਾਂ, ਵੀ ਅਗਲਾ ਕਹਿੰਦਾ ਯਾਰ ਕਰਨ ਤਾਂ ਤੁਸੀਂ ਇੱਥੇ ਕੰਮ ਆਏ ਹੋ, ਤੁਸੀਂ ਸਾਨੂੰ ਇਹ ਗੱਲਾਂ ਕੀ ਹੈ ਨਾ ਪ੍ਰਚਾਰ ਕਰਨ ਲੱਗ ਗਏ। ਸੋ ਮਤਲਬ ਉਹਦਾ ਮੈਨੂੰ ਲੱਗਦਾ ਬੈਕਫਾਇਰ ਹੋ ਗਿਆ ਹੋਰ ਕੌਮਾਂ ਲਈ ਵੀ, ਹੋਰ ਬੈਕਗਰਾਊਂਡਾਂ ਲਈ ਵੀ
ਲਈ ਹੋਰ ਫੇਥਸ ਲਈ ਵੀ ਬਈ ਤੂੰ ਇਹ ਕਿਉਂ ਕਹਿ ਰਿਹਾ ਤੂੰ ਪ੍ਰਾਈਮ ਮਿਨਿਸਟਰ ਆ ਸਾਡੇ ਯੂਨਾਈਟਿਡ ਕਿੰਗਡਮ ਦਾ, ਜਿੱਥੇ ਬਹੁਤ ਚਲੋ ਹੈਗੀ ਕ੍ਰਿਸਚੀਅਨ ਕੰਟਰੀ ਆ ਪਰ ਬਹੁਤ ਬਰੋਡ ਸਪੈਕਟਰਮ ਆ, ਤੂੰ ਕਿਉਂ ਕਹਿ ਰਿਹਾ ਵੀ ਮੈਂ ਪ੍ਰਾਊਡ ਹਿੰਦੂ ਆ? ਫਿਰ ਉਹਨਾਂ ਨੇ ਗੱਲ ਖੋਲੀ ਕਿ ਖਾਲਿਸਤਾਨੀਆਂ ਨੂੰ ਅਸੀਂ ਐਂ ਕਰਾਂਗੇ, ਠੱਲ ਪਾਵਾਂਗੇ। ਹਾਲਾਂਕਿ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਗਾ ਵੀ ਐਕਚੁਅਲੀ ਜਿਨ੍ਹਾਂ ਦੇ ਜਿਹੜੇ ਆਪਦਾ ਸਿੱਖ ਰਾਜ ਘਰ ਭਾਲਦੇ ਆ, ਜਿਹੜੇ ਜਿੱਦਾਂ ਜਦੋਜਹਿਦ ਕਰਦੇ ਆ ਵੀ ਉਹ ਇੱਦਾਂ ਇਹਨਾਂ ਕੋਲ ਕੋਈ ਐਵੀਡੈਂਸ ਨਹੀਂ ਗਾ, ਸਪੈਸ਼ਲੀ ਯੂਕੇ 'ਚ ਵੀ ਕੁਛ ਇੱਦਾਂ ਕੁਛ ਗਲਤ ਹੋ ਰਿਹਾ ਹੈ ਨਾ। ਸੋ ਇਹ ਜਾਣ ਤੋਂ ਪਹਿਲਾਂ ਇਹਨਾਂ ਨੇ ਬੋਲੀ ਮੈਂ ਕਹਿੰਦਾ ਇੱਥੇ ਇਹਨਾਂ ਨੇ ਗੱਦਾਰੀ ਕੀਤੀ ਆਪਦੇ ਲੋਕਾਂ ਨਾਲ, ਕਿਉਂਕਿ ਅਸੀਂ ਵੀ ਇੱਥੇ ਦੇ ਟੈਕਸ ਪੇਅਰ ਹਾਂ, ਹੋਰ ਸਾਰੇ ਵੀ, ਇਹਨਾਂ ਨੂੰ ਬੈਲੈਂਸ ਰੱਖਣਾ ਚਾਹੀਦਾ ਸੀ। ਸੋ ਹੁਣ ਆਪਾਂ ਟਰੂਡੋ ਤੇ ਮੁੜ ਕੇ ਆ ਜਾਂਦੇ ਹਾਂ। ਸੋ ਇੱਥੇ ਰਿਸ਼ੀ ਸੁਨਕ ਗਲਤ ਹੋ ਗਏ, ਜਮਾਂ ਹੀ ਗਲਤ ਹੋ ਗਏ, ਇਹਨਾਂ ਲਈ ਬੈਕਫਾਇਰ ਹੋਇਆ। ਪਰ ਜਿਹੜਾ ਟਰੂਡੋ ਤੇ ਜੇ ਆਪਾਂ ਜਾਈਏ, ਉਹਨਾਂ ਦਾ ਆਪਾਂ ਕਿਉਂ ਸਤਿਕਾਰ ਕਰਦੇ ਹਾਂ ਇਸ ਟਾਈਮ ਤੇ? ਕਿਉਂਕਿ ਉਹਨਾਂ ਨੂੰ ਲੋੜ ਨਹੀਂ ਸੀ ਇਸ ਚੀਜ਼ 'ਚ ਪੈਣ ਦੀ। ਪਰ ਜੇ ਉਹ ਸੋਚ ਰਹੇ ਆ ਕਿ ਸਿੱਖ ਹੀ ਨਹੀਂ ਗੇ, ਇਹ ਸਾਡੇ ਕੰਟਰੀ ਦੇ ਸਿਟੀਜ਼ਨ ਆ, ਸਾਡੀ ਧਰਤੀ ਆ, ਸਾਡੀ ਮਿੱਟੀ ਤੇ ਆ ਕੇ ਇਹਨਾਂ ਨੇ ਗਲਤ ਕੰਮ ਕਰਾਇਆ। ਫਿਰ ਇਹਨਾਂ ਨੇ ਜਿਹੜਾ ਇਹਨਾਂ ਦਾ ਹਾਈ ਲੈਵਲ ਡਿਪਲੋਮੈਟ ਸੀਗਾ, ਬਹੁਤ ਸੀਨੀਅਰ ਡਿਪਲੋਮੈਟ, ਉਹਨੂੰ ਵੀ ਘਰ ਨੂੰ ਭੇਜਤਾ। ਉਹ ਵੀ ਬਹੁਤ ਵੱਡੀ ਸਟੈਪ ਆ। ਇਹਨਾਂ ਚੀਜ਼ਾਂ ਨਾਲ ਹੀ ਕਈ ਵਾਰੀ ਜਿੱਦਾਂ ਨਹੀਂ ਵੋਰ ਦੀਆਂ ਗੱਲਾਂ ਕਰਦੇ ਆ, ਜਾਂ ਉਹ ਜਿਹੜੀ ਆਪਸ ਵਿੱਚ ਹੋ ਜਾਂਦੀ ਲਾਕਡਾਊਨ ਮੁਲਕਾਂ 'ਚ, ਇਹਨਾਂ ਚੀਜ਼ਾਂ ਨਾਲ ਹੀ ਹੁੰਦੀਆਂ। ਸੋ ਮੈਨੂੰ ਨਹੀਂ ਲੱਗਦਾ, ਕਈ ਕਹਿੰਦੇ ਆ ਇਹ ਤਾਂ ਜੀ ਲਿਪ ਸਰਵਿਸ, ਇਹਨਾਂ ਕੁਛ ਨਹੀਂ ਕਰਨਾ, ਪਰ ਨਹੀਂ, ਮੈਨੂੰ ਨਹੀਂ ਲੱਗਦਾ, ਬਹੁਤ ਵੱਡੀ ਗੱਲ ਆ। ਆਪਾਂ ਤਾਂ ਇਹਨਾਂ ਤੋਂ ਦੇਖੋ ਜੱਗੀ ਰਿਲੀਜ਼ ਕਰਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਇਹ ਕੁਛ ਕਰ ਨਹੀਂ ਸੀ ਰਹੇ। ਜਿਹੜੇ ਹੁਣ ਵੀ ਆਪਣਾ ਪ੍ਰਾਈਮ ਮਿਨਿਸਟਰ ਆ, ਤੇ ਇਹਨਾਂ ਨੇ ਜਿੰਨੀ ਇਹ ਗੱਲ ਇੰਨੀ ਜਿੱਦਾਂ ਜਿਗਰੇ ਨਾਲ ਮੈਂ ਕਹਿੰਦਾ ਕੀਤੀ ਆ, ਹਨਾ, ਇੰਨੇ ਹੌਸਲੇ ਨਾਲ ਕੀਤੀ ਆ, ਇਹਨਾਂ ਨੇ ਸੋਚਿਆ ਹੀ ਹੋਊਗਾ ਕਿੱਦਾਂ। ਤੇ ਮੈਂ ਇੱਥੇ ਤੱਕ ਸੁਣਿਆ ਕਿ ਇਹਨਾਂ ਨੇ ਗੱਲ ਵੀ ਜਿਹੜੇ ਇਹਨਾਂ ਦੇ G7 ਸ਼ਾਇਦ ਕਹਿੰਦੇ ਆ, ਹੋਰ ਵੀ ਮੁਲਕ ਆ, ਜਿੱਦਾਂ ਅਮਰੀਕਾ ਵੀ ਵਿੱਚ ਆਉਂਦਾ, ਸ਼ਾਇਦ UK ਵੀ ਵਿੱਚ ਆਉਂਦਾ ਹੋਵੇ, ਕਹਿੰਦੇ ਉਹਨਾਂ ਨਾਲ ਗੱਲ ਖੋਲ ਕੇ ਫੇਰ ਮੂਹਰੇ ਰੱਖੀ ਆ। ਜਾਣੀ ਹਜੇ ਹੋਰ ਵੀ ਖੁਲਾਸੇ ਕਰੂ, ਜੇ ਲੱਗੂ ਇਹਨਾਂ ਨੂੰ ਨਾ ਵੀ ਹੋਰ ਮੁਲਕ ਨਾਲ ਨਹੀਂ ਸਹੀ ਤਰ੍ਹਾਂ ਤੁਰ ਰਹੇ, ਫਿਰ ਇਹ ਹੋਰ ਵੀ ਖੁਲਾਸੇ ਕਰਨਗੇ ਵੀ ਆਹ ਚੱਕੋ ਐਵੀਡੈਂਸ। ਹੁਣ ਦੁਨੀਆ ਦਾ ਸਰਪੰਚ ਮੰਨਿਆ ਜਾਂਦਾ ਅਮਰੀਕਾ, ਉਹਦੇ ਬੁਲਾਰੇ ਨੇ ਵੀ ਇਹ ਗੱਲ ਕਹੀ ਆ ਕਿ ਇਹ ਨਾ ਸੋਚਿਓ ਵੀ ਕੈਨੇਡਾ ਦੇ ਅਸੀਂ ਇਸ ਮਸਲੇ ਦੇ ਉੱਤੇ ਨਾਲ ਨਹੀਂ ਹੈਗੇ, ਅਸੀਂ ਬਿਲਕੁਲ ਨਾਲ ਆ। ਸਾਡੀਆਂ ਏਜੰਸੀਆਂ ਨੇ ਰਲ ਕੇ ਇਨਵੈਸਟੀਗੇਸ਼ਨ ਕੀਤੀ ਹੈ, ਤਾਂ ਹੀ ਇਹ ਸਬੂਤ ਬਾਹਰ ਆਏ ਨੇ, ਹੈ ਨਾ। ਉਹਨਾਂ ਦਾ ਇਹ ਕਹਿ ਦਿੱਤਾ। ਹੁਣ ਆਸਟ੍ਰੇਲੀਆ ਨੇ ਕਿਹਾ ਕਿ ਅਸੀਂ ਪੂਰੇ ਕੰਸਰਨਡ ਆ। ਆਸਟ੍ਰੇਲੀਆ ਕਹਿ ਰਿਹਾ ਭਈ ਜੋ ਇਨਵੈਸਟੀਗੇਸ਼ਨ ਹੋਏਗੀ, ਜਿੱਦਾਂ ਵੀ ਜਾਂਚ ਹੋਏਗੀ, ਅਸੀਂ ਉਹਦੇ ਉੱਤੇ ਧਿਆਨ ਬਣਾਈ ਰੱਖਿਆ, ਸਾਡੇ ਲਈ ਬਹੁਤ ਇਹ ਸੰਜੀਦਾ ਗੱਲ ਹੈਗੀ, ਹੈ ਨਾ। ਉਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਹੈ ਫਰਾਂਸ ਦੀ। ਫਰਾਂਸ ਦੇ ਜਿਹੜਾ ਪ੍ਰਾਈਮ ਮਿਨਿਸਟਰ ਹੈ, ਉਹਨਾਂ ਨਾਲ ਵੀ ਗੱਲ ਸਾਂਝੀ ਹੋ ਗਈ ਹੈ ਨਾ, ਕਹਿੰਦੇ ਵੀ ਸਾਰੇ ਹੋ ਗਏ ਜਿੱਦਾਂ। ਸੋ ਇਹ ਮਤਲਬ ਕਿ ਸਾਰੇ ਹੀ ਇੱਕ ਗੱਲ ਦੇ ਉੱਤੇ ਆ ਕੇ ਅੱਜ ਜਿਹੜੇ ਆ ਉਹ ਖੜੇ ਹੋ ਗਏ ਆ। ਉੱਤੋਂ ਇੱਕ ਹੋਰ ਵੱਡੀ ਗੱਲ ਤੁਹਾਨੂੰ ਦੱਸਦਾ, ਤੁਸੀਂ ਤਾਂ ਸ਼ਾਇਦ ਦੇਖ ਹੀ ਲਈ ਹੋਊਗੀ, ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਟਵੀਟ ਕੀਤਾ ਗਿਆ ਕਿ ਯੈਸ ਆਈ ਕਨਫਰਮਡ ਜਿਹੜੇ ਹਰਦੀਪ ਸਿੰਘ ਨਿੱਜਰ ਨੇ 2015 ਦੇ ਵਿੱਚ ਕੈਨੇਡੀਅਨ ਸਿਟੀਜ਼ਨ ਬਣ ਗਏ ਆ। ਸੋ ਮਤਲਬ ਉਹਨਾਂ ਨੂੰ ਵੀ ਕੀ ਲੋੜ ਪੈ ਗਈ? ਸਾਰੇ ਵੱਡੇ ਬੰਦੇ, ਵੱਡੀਆਂ ਸ਼ਖਸੀਅਤਾਂ ਜਿਹੜੀਆਂ ਇਹਦੇ ਵਿੱਚ ਇਨਵੋਲਵ ਹੋ ਰਹੀਆਂ। ਬਿਲਕੁਲ ਜੀ, ਬਿਲਕੁਲ। ਸੋ ਇੱਥੇ ਮੈਨੂੰ ਇਹ ਲੱਗਦਾ ਮਹਾਰਾਜ ਦਾ ਵਰਤਾਰਾ ਕਹਿ ਰਹੋ, ਜਾਂ ਕੁਛ ਮਹਾਰਾਜ ਹੀ ਪੁਸ਼ ਕਰ ਰਹੇ, ਕੁਛ ਹੋ ਰਿਹਾ। ਦੇਖੋ ਕਿੰਨਾ ਖੂਨ ਡੁੱਲਿਆ, ਕਿੰਨੀਆਂ ਅਰਦਾਸਾਂ ਡੇਲੀ ਹੁੰਦੀਆਂ ਵੀ ਸਾਡੇ ਕੌਮੀ ਘਰ ਲਈ, ਸਾਰਾ ਕੁਛ ਆ, ਤੇ ਇੰਨੀ ਬਾਣੀ ਪੜ੍ਹੀ ਜਾ ਰਹੀ ਆ। ਕਿੰਨਾ ਦਰਦ ਹੋਊਗਾ ਉਹਨਾਂ ਪਰਿਵਾਰਾਂ 'ਚ ਜਿਨ੍ਹਾਂ ਦੇ ਜੀ ਰਹਿ ਗਏ, ਹੈ ਨਾ। ਤੇ ਜਾਣੀ ਦੇਖੋ ਆਸਟ੍ਰੇਲੀਆ ਦਾ ਤੁਸੀਂ ਜ਼ਿਕਰ ਕੀਤਾ, ਫਰਾਂਸ ਦਾ, ਕਈ ਵਾਰੀ ਆਪਾਂ ਸੋਚਦੇ ਖਣੀ ਇਹ ਮੁਲਕ ਵੀ ਜਾਣੀ ਹੋਰ ਰੰਗਾਂ ਨੂੰ ਲਾਈਕ ਨਹੀਂ ਕਰਦੇ, ਵੀ ਖਣੀ ਰੇਸਿਸਟ ਆ, ਹੈ ਨਾ, ਇਹਨਾਂ ਦੇ ਲੋਕ। ਪਰ ਦੇਖੋ ਇਹ ਵੀ ਗੱਲ ਕਰੇ, ਬਹੁਤ ਵੱਡੀ ਗੱਲ ਆ ਇਹ ਟਾਈਮ ਆ ਹੁਣ, ਜਿੱਦਾਂ ਵੀ ਕੁਛ ਹੋ ਸਕਦਾ। ਦੇਖੋ ਜੱਗੀ ਦਾ ਵੀ ਮੈਂ ਤੁਹਾਨੂੰ ਦੱਸਿਆ 2 ਵੀਕਾਂ ਪਹਿਲਾਂ ਬਹੁਤ ਚੱਕ ਹੋ ਗਿਆ ਸੀਗਾ। ਹੁਣ ਇਹਨਾਂ ਦਾ ਭਾਈ ਕੈਨੇਡਾ ਵਾਲਾ ਟਰੂਡੋ ਵਾਲਾ ਜਿਹੜੇ ਆਹ ਸਪੀਚ, ਤੇ ਉਹਦੇ ਨਾਲ ਹੀ ਫਿਰ ਨਿੱਜਰ ਸਾਹਿਬ ਦਾ, ਫਿਰ ਨਾਲ ਹੀ ਖੰਡੇ ਦਾ, ਹੋਰ ਵੀ ਵਿੱਚ ਹੀ ਆ ਜਾਂਦੇ ਆ। ਇਹਦੇ ਨਾਲ ਆਪਣੀ ਜਿਹੜੀ ਹੁਣ ਛਵੀ ਆ, ਜਿਹੜੇ ਇਹਨਾਂ ਨੇ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ, ਇੰਨੇ ਸਾਲ ਹੋ ਗਏ ਇਹਨਾਂ ਦਾ ਜ਼ੋਰ ਲੱਗਿਆ ਸੀ ਵੀ ਇਹ ਹਰੇਕ ਨੂੰ ਟੈਰਰਿਸਟ ਹੀ ਬਣਾਉਂਦੇ। ਇਹ ਵੀ ਸਵਾਲ ਪੁੱਛੇ ਜਾ ਰਹੇ ਮੀਡੀਆ ਵੱਲੋਂ। BBC ਦਾ ਮੀਡੀਆ ਪਰਸਨ ਸ਼ਾਇਦ ਪੁੱਛ ਰਿਹਾ ਸੀਗਾ ਜਿਹੜੇ ਕੈਨੇਡਾ ਕਾਉਂਸਲ ਦੇ ਸਪੋਕਸਪਰਸਨ ਨੂੰ, ਵੀ ਉਹ ਤਾਂ ਕਹਿੰਦੇ ਵੀ ਇਹ ਨਿੱਜਰ ਸਾਹਿਬ ਟੈਰਰਿਸਟ ਸੀ। ਉਹ ਕਹਿੰਦੇ ਉਹ ਤਾਂ ਸਾਰਿਆਂ ਨੂੰ ਟੈਰਰਿਸਟ ਕਹਿ ਦਿੰਦੇ ਆ, ਵੀ ਉਹਨਾਂ ਨੂੰ ਇਹ ਸੌਖਾ ਤਰੀਕਾ ਲੱਭਿਆ ਵੀ ਜੇ ਕੋਈ ਹੱਕ ਦੀ ਗੱਲ ਕਰਦੇ, ਹਿਊਮਨ ਰਾਈਟਸ ਦੀ ਗੱਲ ਕਰਦਾ, ਉਹਨੂੰ ਕਹਿੰਦੇ ਟੈਰਰਿਸਟ ਆ। ਪਰ ਇਹ ਲੋਕ ਹੁਣ ਸਮਝਣ ਲੱਗ ਗਏ ਆ। ਪਰ ਇਹ ਬਹੁਤ ਇੰਟਰਸਟਿੰਗ ਆ। ਪਰ ਆਪਾਂ ਨੂੰ ਵੀ, ਮੈਂ ਬੇਨਤੀ ਕਰਦਾ ਸੰਗਤਾਂ ਨੂੰ ਵੀ, ਆਪਾਂ ਨੂੰ ਵੀ ਦੇਖੋ ਟਵਿੱਟਰ, ਸੋਸ਼ਲ ਮੀਡੀਆ ਵਗੈਰਾ 'ਤੇ ਪਾਉਣ ਨੂੰ ਆਪਾਂ ਨੂੰ ਕੋਈ ਜ਼ੋਰ ਨਹੀਂ ਲੱਗਦਾ, ਨਾ ਆਪਣਾ ਖਰਚਾ ਲੱਗਦਾ। ਜੇ ਆਪਾਂ ਵੀ ਕਰਦੇ ਆ ਨਾ, ਇਹ ਨਹੀਂ ਸੋਚਣਾ ਚਾਹੀਦਾ ਮੇਰੀ ਇੱਕ ਟਵੀਟ ਨਾਲ ਜਾਂ ਸ਼ੇਅਰ ਕਰਨਾ ਕੀ ਬਣ ਜੂਗਾ। ਆਪਾਂ ਨੂੰ ਯੋਗਦਾਨ ਵਿੱਚ ਪਾਉਣਾ ਚਾਹੀਦਾ, ਕਰਕੇ ਆਹ ਟਾਈਮ ਆ ਗੱਲ ਪਹੁੰਚਾਉਣ ਦਾ। ਅਗਲਾ ਸਵਾਲ ਮੇਰਾ ਭਾਰਤ ਨੂੰ ਲੈ ਕੇ ਆਇਆ। ਇੰਡੀਆ ਕੀ ਇਸ ਜਗ੍ਹਾ ਦੇ ਉੱਤੇ, ਇਸ ਮਸਲੇ ਦੇ ਉੱਤੇ ਆ ਕੇ ਗਲਤ ਹੋ ਗਿਆ? ਉਹਦੀਆਂ ਖੁਫੀਆ ਏਜੰਸੀਆਂ ਜਾਂ ਸਲਾਹ ਦੇਣ ਵਾਲੇ ਸਲਾਹਕਾਰ ਮਾੜੇ ਨਿਕਲੇ? ਅਜੀਤ ਡੋਵਾਲ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਇੰਡੀਆ ਦੇ, ਕੀ ਉਹ ਮਾੜੇ ਨਿਕਲੇ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਟੈਪ ਲੈਣ ਲਈ ਇੰਡੀਆ ਨੂੰ ਕਹਿ ਦਿੱਤਾ ਵੀ ਹਾਂ ਭਾਈ ਹੁਣ ਅਸੀਂ ਆਹ ਕਰਾਂਗੇ?
ਤੇ ਉਹ ਅੱਜ ਫਿਰ ਪੂਰੀ ਦੁਨੀਆ ਦੇ ਵਿੱਚ ਸ਼ਰਮਿੰਦਾ ਹੋਣਾ ਪੈ ਰਿਹਾ। ਜਾਂ ਫਿਰ ਜਿਹੜੇ ਮੇਜਰ ਗੌਰਵ ਆਰਿਆ ਵਰਗੇ ਜਿਹੜੇ ਸਲਾਹਕਾਰ ਨੇ ਉਹ ਸ਼ਰੇਆਮ ਕਹਿੰਦੇ ਰਹੇ ਆ ਕਿ ਭਾਈ ਪੈਸੇ ਦਿਓ। ਸਨ ਫਰਾਂਸਿਸਕੋ ਦੇ ਵਿੱਚ ਕਿੰਨੇ ਕਹਿੰਦੇ ਗੈਂਗਸਟਰ ਰਹਿੰਦੇ ਨੇ, ਪੈਸੇ ਦਿਓ, ਲੱਤਾਂ ਤੋੜ ਦਿਓ, ਕੋਈ ਜਿਉਂਦਾ ਨਹੀਂ ਆਉਣਾ ਚਾਹੀਦਾ ਸਿੱਖ ਜਿਹੜਾ। ਸੋ ਇਸ ਤਰ੍ਹਾਂ ਹੀ ਸਾਰੇ ਮੁਲਕਾਂ ਦੇ ਵਿੱਚ ਕੀਤਾ ਜਾਵੇ। ਮਤਲਬ ਫਿਰ ਭਾਰਤ ਨੂੰ ਸਲਾਹਕਾਰ ਹੀ ਮਾੜੇ ਮਿਲੇ ਨਾ। ਸੋ ਇਹ ਵੀ ਜਿਹੜੀ ਆਹ ਨਾ ਹੇਟ ਸਪੀਚ ਆ, ਹੇਟ ਸਪੀਚ ਇਹਨੂੰ ਮੰਨਦੇ ਆ ਆਪਾਂ, ਤੇ ਇਹਦੇ ਤੇ ਦੇਖੋ ਕਾਬੂ ਨਹੀਂ ਕਰਦੇ ਹੈ ਨਾ। ਤੇ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਦੇਖੋ ਖਾਲਸਾ ਵਹੀਰ ਨੂੰ ਹੋਰ ਸਾਰਾ ਕੁਛ ਆਪਣਾ ਕਿੱਦਾਂ ਉਹ ਸੇਵਾ ਹੀ ਚੱਲ ਰਹੀ ਸੀ ਉਹ ਬੰਦ ਕਰਤੀ, ਪ੍ਰਚਾਰ ਹੋ ਰਿਹਾ ਸੀ ਬੰਦ ਕਰਤਾ। ਪਰ ਇਹੋ ਜਿਹੇ ਗਲਤ ਬੰਦੇ ਬਹਿ ਕੇ ਬੋਲੀ ਜਾਂਦੇ, ਗਲਤ ਹੀ ਹੋ ਗਏ ਫਿਰ। ਸਲਾਹਕਾਰ ਹੀ ਨਹੀਂ, ਆਪ ਹੀ ਜਦੋਂ ਅਸੀਂ ਗਲਤ ਆ, ਜਦੋਂ ਸਾਡਾ ਆਪ ਹੀ ਕੈਰੈਕਟਰ ਗਲਤ ਆ। 40 ਸਾਲ ਤਾਂ ਆਪਾਂ ਨੂੰ ਦੇਖਦਿਆਂ ਨੂੰ ਹੋ ਗਏ ਕਿ ਇਹਨਾਂ ਨੇ ਜੈਨੋਸਾਈਡ ਕੀਤਾ। ਹੁਣ ਤੱਕ ਮੈਂ ਕਹਿੰਦਾ ਚੱਲ ਰਿਹਾ, ਹੁਣ ਬਸ ਤਰੀਕੇ ਚੇਂਜ ਹੋ ਗਏ ਆ। ਤੇ ਇਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਪਾਵਰ 'ਚ ਕਹਿੰਦੇ ਆ ਨਾ, ਕਹਿੰਦੇ ਹਜ਼ਾਰਾਂ ਸਾਲ ਦੀ ਗੁਲਾਮੀ ਕਰਕੇ ਜਦੋਂ ਕਿਸੇ ਨੂੰ ਪਾਵਰ ਮਿਲਦੀ ਆ ਉਹ ਪਾਗਲ ਹੋ ਜਾਂਦਾ। ਸ਼ਾਇਦ ਮੈਂ ਕਿਤੇ ਸੁਣਿਆ ਸੀ, ਇਹਨਾਂ ਦਾ ਉਹ ਹਾਲ ਆ। ਇਹਨਾਂ ਨੂੰ ਇਹ ਲੱਗਣ ਲੱਗ ਗਿਆ ਸੀਗਾ ਸਾਰੀ ਦੁਨੀਆ ਸਾਡੇ ਨਾਲ ਆ, ਅਸੀਂ ਵੀ ਸੁਪਰ ਪਾਵਰ ਬਣਨ ਲੱਗੇ, ਅਸੀਂ ਕੁਛ ਵੀ ਕਰ ਸਕਦੇ ਹਾਂ। ਇਹਨਾਂ ਨੇ ਮੈਨੂੰ ਅੱਤ ਚੱਕ ਲਈ ਸੀ। ਤੁਸੀਂ ਰਸ਼ੀਆ ਨੂੰ ਵਾਚ ਕਰੋ, US ਨੂੰ ਵਾਚ ਕਰੋ, ਕੈਨੇਡਾ, UK, ਇਹ ਵੀ ਨਹੀਂ ਇੰਨਾ ਕਰਦੇ। ਇਹਨਾਂ ਨੇ ਇੱਕ ਵਾਰੀ UK ਨੇ ਇੱਕ ਸ਼ਾਇਦ ਡਰੋਨ ਨਾਲ ਮੁੰਡੇ ਮਾਰਤੇ ਸੀਗੇ ਖਣੀ ਇਰਾਕ ਜਾਂ ਅਫਗਾਨਿਸਤਾਨ 'ਚ, ਤੇ ਉੱਥੇ ਬਹੁਤ ਹਲਚਲ ਮਚ ਗਈ ਸੀ ਵੀ ਤੁਸੀਂ ਕੀ ਕਰ ਰਹੇ ਹੋ ਹੈ ਨਾ। ਸਾਡੀ ਐਂ ਵੀ ਟੈਕਨੋਲੋਜੀ ਵਰਤ ਕੇ ਤੁਸੀਂ ਹੁਣ ਬੰਦਿਆਂ ਨੂੰ ਇੱਦਾਂ ਮਾਰੋਗੇ ਇੱਥੇ ਬਹਿ ਕੇ ਹੈ ਨਾ। ਸੋ ਮਤਲਬ ਇਹ ਆ ਇਹਨਾਂ ਦੇ ਸਲਾਹਕਾਰ ਹੀ ਨਹੀਂ ਮਾੜੇ, ਆਪ ਵੀ ਮਾੜੇ। ਹਾਂ, ਉਹਨਾਂ ਨੂੰ ਸਲਾਹ ਪੁੱਠੀ ਦੇਣ ਲੱਗ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ, ਜਿਹੜੇ ਸਲਾਹਕਾਰ ਸੀ ਉਹਨਾਂ ਨੂੰ ਲੱਗਦਾ ਸੀਗਾ ਵੀ ਅਸੀਂ ਕਰ ਸਕਦੇ ਹਾਂ, ਸਾਡੇ ਕੋਲ ਪਾਵਰ ਆ। ਪਰ ਜੇ ਸਲਾਹ ਦੀ ਗੱਲ ਕਰੀਏ, ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਦੇਖੋ ਇੰਨੇ ਹਜ਼ਾਰਾਂ ਦਾ ਕਤਲ ਕੀਤਾ ਗਿਆ, ਉਹ ਵੀ ਇਹਨਾਂ ਨਾਲ ਹੀ ਹੋਇਆ। ਹਾਂਜੀ ਹਾਂਜੀ, ਇਸਲਾਮਾਂ ਨਾਲ ਉਹ ਅੱਜ ਤੱਕ ਭੁਗਤਿਆ ਜਾ ਰਿਹਾ ਹੈ ਨਾ, ਕਿਉਂਕਿ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੋਣੀ ਜਿਨ੍ਹਾਂ ਨੇ ਕੀਤਾ। ਤੇ ਦੂਸਰੀ ਗੱਲ ਹੈ ਸਿੱਖ ਵੀ ਜਿਹੜੇ ਪਰਮਾਨੈਂਟਲੀ ਜਿਹੜੇ ਐਂਟੀ ਹੋ ਗਏ ਕਿ ਐਂਟੀ ਸਿੱਖ ਮਾਫ ਕਰਨਾ ਐਂਟੀ ਇੰਡੀਆ ਹੋ ਗਏ ਕਿ ਲਓ ਜੀ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਅੱਜ ਤੋਂ ਸਿੱਖ ਜਿਹੜੇ ਨੇ ਉਹ ਵੱਖਰਾ ਰਾਜ ਜਿਹੜਾ ਉਹ ਮੰਗਦੇ ਨੇ। ਸੋ ਉਹ ਚੀਜ਼ਾਂ ਦੁਹਰਾਈਆਂ ਜਾ ਰਹੀਆਂ, ਉਹ ਤੋਂ ਕੁਝ ਸਿੱਖਿਆ ਨਹੀਂ ਜਾ ਰਿਹਾ ਵੀ ਆਪਾਂ ਉਹਨੂੰ ਸੁਧਾਰੀਏ, ਜੋ ਗਲਤੀਆਂ ਪਾਸਟ ਦੇ ਵਿੱਚ ਹੋਈਆਂ ਉਹ ਨਾ ਹੋਣ ਦੁਬਾਰਾ ਹੈ ਨਾ। ਪਰ ਮੈਨੂੰ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਜਿਹੋ ਜਿਹੀਆਂ ਬਾਲੀਵੁੱਡ ਦੀਆਂ ਫਿਲਮਾਂ ਬਣਦੀਆਂ ਰੌ ਦੀਆਂ ਕਿ ਰੌ ਸਾਡੀ ਐਂ ਕਰਦੀ ਆ ਉਹ ਕਰਦੀ ਆ, ਉਹੀ ਸ਼ਾਇਦ ਅਸਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਇੱਥੇ ਕੰਮ ਪੁੱਠਾ ਪੈ ਗਿਆ ਹੈ ਨਾ। ਇੱਕ ਹੋਰ ਗੱਲ ਭਾਈ ਸਾਹਿਬ ਮੈਂਸ਼ਨ ਕਰਨਾ ਚਾਹੁੰਦਾ, ਤੁਹਾਡੇ ਪਤਾ ਨਹੀਂ ਇਹ ਯਾਦ ਹੋਵੇ ਕਿ ਨਹੀਂ, ਆਪਾਂ ਜੇ ਰਿਸ਼ੀ ਸੋਨਕ ਵੱਲ ਫੇਰ ਮੁੜ ਕੇ ਜਾਈਏ, ਮੈਨੂੰ ਇਹ ਲੱਗਦਾ ਅਸੀਂ ਸੰਗਤਾਂ ਨੂੰ ਐਡਰੈਸ ਕੀਤਾ ਸੀ ਐਤਵਾਰ, ਇੱਥੇ ਕਨਵੈਨਸ਼ਨ ਹੋਈ ਸੀ ਸਿੱਖ ਫੈਡਰੇਸ਼ਨ UK ਵੱਲੋਂ, ਤੇ ਉੱਥੇ ਸੰਗਤਾਂ ਨੂੰ ਅਸੀਂ ਇਹ ਕਿਹਾ ਸੀਗਾ ਕਿ ਜੋ ਰਿਸ਼ੀ ਸੁਨਕ ਨੇ, ਜਿੱਦਾਂ ਸਾਡੇ ਪ੍ਰਾਈਮ ਮਿਨਿਸਟਰ ਆ, ਜੋ ਹੁਣ ਇਹਨਾਂ ਨੇ ਕਰਤਾ ਵੀ ਇਹਨਾਂ ਨੇ ਗੱਲ ਕੀਤੀ ਕਿ ਮੈਂ ਪ੍ਰਾਊਡ ਹਿੰਦੂ ਆ, ਸਾਨੂੰ ਕੋਈ ਉਹਦੇ ਨਾਲ ਹੈ ਨਹੀਂ ਵੀ ਤੁਸੀਂ ਪ੍ਰਾਊਡ ਰਹੋ, ਪਰ ਸਾਰਿਆਂ ਲਈ ਪ੍ਰਾਊਡ ਰਹੋ, ਸਾਰਿਆਂ ਦਾ ਮਾਣ ਕਰੋ ਹੈ ਨਾ। ਤੇ ਜਿਹੜੀ ਉਹ ਐਂਟੀ ਖਾਲਿਸਤਾਨ ਗੱਲ ਕੀਤੀ, ਉਹ ਜਿੱਦਾਂ ਬੋਲੀ ਇੰਡੀਆ ਦੀ, ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਹੁਣ ਖਾਲਸਾ ਪੰਥ ਨਾਲ ਤੇ ਗੁਰੂ ਘਰ ਨਾਲ ਮੱਥਾ ਲਾ ਲਿਆ। ਇੱਦਾਂ ਹੋਰ ਲੀਡਰਾਂ ਨੇ ਵੀ ਕੀਤਾ ਸੀ, ਪ੍ਰੀਤੀ ਪਟੇਲ ਵੀ ਇੱਦਾਂ ਹੀ ਚੱਲ ਰਹੀ ਸੀ, ਤੇ ਦੇਖੋ ਉਹਦੇ ਨਾਲ ਕੀ ਹੋਇਆ ਸੀ, ਉਹਦਾ ਸਟੇਟਸ ਹੁਣ ਪਹਿਲਾਂ ਵਾਲਾ ਨਹੀਂ ਰਿਹਾ। ਮੈਨੂੰ ਲੱਗਦਾ ਇਹਨਾਂ ਦੀ ਹੁਣ ਗਿਣਤੀ ਪੁੱਠੀ ਕਹਿੰਦੇ ਹੁੰਦੇ ਆ ਸ਼ੁਰੂ ਹੋ ਗਈ ਆ, ਹੁਣ ਇਹਨਾਂ ਦੇ ਦਿਨ ਥੋੜੇ ਹੀ ਹੋ ਗਏ, ਕੋਈ ਹੋਰ ਆਊਗਾ ਇਹਨਾਂ ਦੀ ਜਗ੍ਹਾ। ਤੁਸੀਂ ਇੰਗਲੈਂਡ ਦੇ ਲੀਡਰਾਂ ਦੀ ਐਗਜ਼ਾਮਪਲ ਦਿੱਤੀ, ਪ੍ਰੀਤੀ ਪਟੇਲ ਦੀ, ਤੇ ਮੈਂ ਪੰਜਾਬ ਵਾਲਿਆਂ ਦੀ ਦੇ ਦਿੰਦਾ। 2-3 ਲੀਡਰ ਉੱਥੇ ਵੀ ਜਿਨ੍ਹਾਂ ਨੇ ਖਾਲਸਾ ਪੰਥ ਨਾਲ ਮੱਥਾ ਲਾਇਆ, ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਹੋ ਗਏ, ਅੱਜ ਰਾਜਨੀਤੀ ਦੇ ਵਿੱਚ ਕਿਤੇ ਲੱਭਦੇ ਨਹੀਂ। ਦੂਸਰੇ ਬਾਦਲ ਪਰਿਵਾਰ ਹੋ ਗਏ, ਅੱਜ ਉਹ ਵੀ ਨਹੀਂ ਕਿਤੇ ਲੱਭਦੇ। ਬਿਲਕੁਲ, ਤੇ ਉਦੋਂ ਪਿੱਛੇ ਵੀ ਆਪਾਂ ਜਾ ਸਕਦੇ ਆ, ਪਰ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਚੈਨਲ ਤੇ ਕਰਕੇ ਨਾਂ ਲੈਣ ਨਾਲ ਹੀ ਪਤਾ ਨਹੀਂ ਬਲੋਕੀ ਨਾ ਕਰਦੇ, ਪਰ ਸੰਗਤਾਂ ਸਮਝ ਸਕਦੀ ਅਸੀਂ ਕੀ ਕਹਿਣਾ ਚਾਹੁੰਦੇ ਆ। ਤੇ ਮੈਂ ਇੱਕ ਕਿਤੇ ਰਾਈਟ ਅਪ ਦੇਖੀ ਸੀਗੀ, ਕਹਿੰਦੇ ਕਿ ਉਸ ਦਿਨਾਂ ਦਾ ਹੀ ਹੁੰਦਾ ਫਿਰ ਜਿਹੜਾ ਨਹੀਂ ਜਸਟਿਸ ਮਿਲਦਾ। ਪਰ ਹਾਂਜੀ, ਸੋ ਜਿਹੜਾ ਇਹਨਾਂ ਦਾ ਵਾ ਨਾ ਰਿਸ਼ੀ ਸੋਨਕ ਦਾ, ਮੈਂ ਦੇਖਿਆ ਵੀ ਆਮ ਪਬਲਿਕ ਵੀ ਇਹਨਾਂ ਨਾਲ ਖੁਸ਼ ਨਹੀਂ ਗਈ, ਨਾ ਪੋਲੀਟੀਸ਼ੀਅਨ। ਸੋ ਇਹਨਾਂ ਦਾ ਹੋ ਸਕਦਾ ਚੇਂਜ ਆ ਜਾਵੇ। ਅੱਛਾ, ਮੈਂ ਕਈ ਖਾਲਿਸਤਾਨੀ ਵੇਖੇ ਭਾਜੀ, ਖਾਲਸਾ ਰਾਜ ਦੀ ਗੱਲ ਕਰਨ ਵਾਲੇ ਜਿਹੜੇ ਸੋਸ਼ਲ ਮੀਡੀਆ ਤੇ ਆਮ ਆਪਾਂ ਦੇਖਦੇ ਰਹਿੰਦੇ ਆ ਹੈ ਨਾ, ਖਾਲਿਸਤਾਨੀ ਇਹ ਕਹਿ ਰਹੇ ਨੇ ਵੀ ਲਓ ਜੀ ਜਿਹੜਾ ਕੰਮ ਸਾਡਾ 5-7 ਸਾਲਾਂ 'ਚ ਹੋਣਾ ਸੀ ਉਹ ਇੱਕ ਦਿਨ ਦੇ ਵਿੱਚ ਹੋ ਗਿਆ। ਕੀ ਇਹ ਗੱਲ ਸੱਚ ਹੈ ਜੀ? ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਸੀ, ਮੈਨੂੰ ਲੱਗਦਾ ਜਿੰਨਾ ਪ੍ਰਚਾਰ ਇਹਨਾਂ ਰਾਈਟ ਵਿੰਗ RSS ਕਹਿ ਲਓ, ਹਿੰਦੂ ਯੁਵਤਾ ਗੌਰਮੈਂਟਾਂ ਨੇ ਜਾਂ ਪੋਲੀਟੀਸ਼ੀਅਨਾਂ ਨੇ ਜਿੰਨਾ ਸਾਡਾ ਪ੍ਰਚਾਰ ਕੀਤਾ, ਇਵੇਂ ਮੀਡੀਆ ਨੇ, ਸਾਥੋਂ ਹੋਣਾ ਨਹੀਂ ਸੀ। ਉਹ ਟੇਬਲ ਤੇ ਲੈ ਆਉਂਦੀ ਗੱਲ ਇਹਨਾਂ ਨੇ, ਸਾਥੋਂ ਲਿਆਂਦੀ ਨਹੀਂ ਸੀ ਗਈ। ਜਦੋਂ ਅਸੀਂ ਖਾਲਿਸਤਾਨ ਕਹਿੰਦੇ ਐਂ ਲੱਗਦੇ ਟੈਰਰਿਸਟ ਆ, ਜਦੋਂ ਹੁਣ ਇਹਨਾਂ ਨੇ ਕੀਤੀ ਤਾਂ ਇਹਨਾਂ ਨੇ ਸ਼ੁਰੂ ਇਹ ਸੀ ਇਹ ਟੈਰਰਿਸਟ ਆ ਬਾਰ-ਬਾਰ ਕਰੀ ਗਏ ਹਨ। ਫਿਰ ਹੌਲੀ ਉਹ ਗੱਲ ਹੁਣ ਟੇਬਲ ਤੇ ਆ ਗਈ, ਟੇਬਲ ਟਾਕ ਤੇ ਆ ਗਈ ਆ, ਤੁਸੀਂ ਕਹਿ ਸਕਦੇ ਹੋ। ਹੁਣ ਵਰਲਡ ਵਾਈਡ ਸਰਕਾਰਾਂ ਵੀ ਗੱਲ ਕਰ ਰਹੀਆਂ, ਮੀਡੀਆ ਵੀ ਗੱਲ ਕਰ ਰਿਹਾ। ਮੈਂ ਕਹਿੰਦਾ ਏਡਾ ਵੱਡਾ ਬੈਕਫਾਇਰ ਹੋ ਗਿਆ ਨਾ। ਪਰ ਜਿਹੜਾ ਇੱਕ ਸਟੇਟਮੈਂਟ ਨਾਲ ਹੀ 20-25 ਸਾਲਾਂ ਦਾ ਗੈਪ ਜਿਹੜਾ ਬਣਿਆ ਸੀ ਉਹ ਐਂ ਕਲੋਜ਼ ਹੋ ਗਿਆ ਇੱਕਦਮ।
ਮੈਨੂੰ ਇਹ ਲੱਗਦਾ। ਕਈ ਲੋਕ ਕਹਿੰਦੇ ਆ ਲਿਪ ਸਰਵਿਸ ਆ, ਮੈਨੂੰ ਨਹੀਂ ਲੱਗਦਾ। ਮੈਨੂੰ ਲੱਗਦਾ ਇਹ ਜੋ ਕੁਛ ਹੋ ਰਿਹਾ ਇਹ ਮਹਾਰਾਜ ਦਾ ਵਰਤਾਰਾ ਵਰਤ ਰਿਹਾ। ਆਪਾਂ ਨੂੰ ਫੇਥ ਰੱਖਣੀ ਚਾਹੀਦੀ ਆ, ਉਮੀਦ ਤੇ ਦੁਨੀਆ ਕਾਇਮ ਆ, ਅਰਦਾਸਾਂ ਕਰਨੀਆਂ ਚਾਹੀਦੀਆਂ, ਕੁਛ ਵੀ ਹੋ ਸਕਦਾ ਇਸ ਟਾਈਮ ਤੇ। ਅਗਲਾ ਤੇ ਅਖੀਰਲਾ ਸਵਾਲ ਮੇਰਾ, ਅੱਗੋਂ ਇਹ ਵਿਵਾਦ ਕਿੱਥੋਂ ਤੱਕ ਜਾਏਗਾ? ਇਹ ਜਿਹੜਾ ਵਿਵਾਦ ਇਸ ਕਤਲ ਤੋਂ ਬਾਅਦ, ਇਸ ਸ਼ਹੀਦੀ ਤੋਂ ਬਾਅਦ ਜਿਹੜਾ ਛਿੜ ਗਿਆ ਦੋਨਾਂ ਮੁਲਕਾਂ ਦੇ ਵਿੱਚ, ਇਹ ਹੁਣ ਮਤਲਬ ਵੱਡੇ ਮੁਲਕ ਦੇ ਵਿੱਚ ਆ ਗਏ ਨਾ, ਭਾਗੀਦਾਰ ਬਣ ਗਏ ਆ, ਹੁਣ ਕਿੱਥੇ ਤੱਕ ਜਾਊਗਾ ਇਹ? ਮੈਨੂੰ ਲੱਗਦਾ ਇਹਨਾਂ ਨੂੰ ਹੁਣ ਸ਼ੱਕ ਦੀ ਨਿਗਾਹ ਨਾਲ ਦੇਖੋਗੇ। ਦੇਖੋ ਰਸ਼ੀਆ ਦੀ ਅੱਗੇ ਗੱਲ ਕਰਦੇ ਹੁੰਦੇ ਸੀਗੇ, ਕੋਈ ਮਾਰਤਾ ਸੀਗਾ, ਮੈਨੂੰ ਹੁਣ ਲਿਵਸ਼ਿੰਕੋ ਸੀ ਸ਼ਾਇਦ ਉਹਦਾ ਨਾਂ, ਕਿਸੇ ਲੰਡਨ ਦੇ ਪਾਰਕ 'ਚ, ਉਹਦੇ 'ਚ ਕਹਿੰਦੇ ਸੀਗੇ ਰਸ਼ੀਆ ਦਾ ਸ਼ਾਇਦ ਹੱਥ ਸੀ, ਉਹ ਰੇਡੀਓ ਐਕਟਿਵ ਮਟੀਰੀਅਲ ਦਾ ਮਾਰਿਆ ਸੀਗਾ। ਹੁਣ ਭਾਈ ਅਵਤਾਰ ਸਿੰਘ ਖੰਡਾ ਦਾ ਦੇਖ ਲਓ, ਨਿੱਜਰ ਸਾਹਿਬ ਦਾ, ਤੇ ਹੋਰ ਜਿਹੜੇ ਆਪਣੇ ਪਾਕਿਸਤਾਨ 'ਚ ਸਿੰਘ ਮਾਰੇ ਗਏ। ਇਹ ਚੀਜ਼ਾਂ ਹੁਣ ਫਰੈਸ਼ ਆ, ਸਾਰਿਆਂ ਲਈ ਫਰੈਸ਼ ਹੋ ਗਈਆਂ। ਜਦੋਂ ਨਹੀਂ ਬੰਦਾ ਇੱਕ ਦੀ ਗੱਲ ਕਰਦਾ ਫਿਰ ਹੋਰ ਮੂਹਰੇ ਆ ਜਾਂਦੀਆਂ। ਜਦੋਂ ਫਿਰ ਲੋਕਾਂ ਦੇ ਸੁਣਦੇ, ਹੁਣ ਜਿੱਦਾਂ ਆਪਣੇ ਸਿੰਘ ਵੀ ਪ੍ਰਚਾਰ ਕਰਦੇ, ਉੱਥੇ ਦੀ ਵੀ ਜਿਹੜੇ ਸਪੋਕਸਮੈਨ ਦੀ ਮੈਂ ਗੱਲ ਕੀਤੀ ਸੀਗੀ, ਜਿਹੜੇ ਵਧੀਆ ਬੋਲ ਰਹੇ, ਉਹ ਇੱਦਾਂ ਹੋ ਜਾਂਦਾ ਕਿ ਹੁਣ ਇਹਨਾਂ ਨੂੰ ਸਾਰੇ ਸ਼ੱਕ ਦੀ ਨਿਗਾਹ ਨਾਲ ਦੇਖੋਗੇ। ਫਿਰ ਹੁਣ ਜਿਹੜਾ ਪ੍ਰਾਈਮ ਮਿਨਿਸਟਰ ਆ ਇੰਡੀਆ ਦਾ, ਮੋਦੀ, ਉਹਨਾਂ ਦਾ ਜਦੋਂ ਪਿਛਲਾ ਟਰੈਕ ਰਿਕਾਰਡ ਦੇਖਦੇ, ਗੁਜਰਾਤ ਦਾ ਜੈਨੋਸਾਈਡ, ਹੁਣ ਵੀ ਦਿੱਲੀ 'ਚ ਥੋੜ੍ਹੇ ਹੀ ਸਾਲ ਹੋਏ ਆ ਫੇਰ ਬੜ ਬਟੰਗਾ ਹੋ ਕੇ ਹਟਿਆ, ਮਨੀਪੁਰ ਹੈ ਨਾ, ਇਹ ਜਾਣੀ ਇਹ ਸਾਰੇ ਦੇਖ ਰਹੇ ਆ, ਈਵਨ ਕ੍ਰਿਸਚੀਅਨਸ ਵੀ ਦੇਖ ਰਹੇ ਆ, ਚਰਚ ਆਫ ਇੰਗਲੈਂਡ ਵੀ ਦੇਖ ਰਿਹਾ ਵੀ ਸਾਡੇ ਬੰਦੇ ਮਰ ਰਹੇ ਆ। ਸੋ ਇਹ ਸਾਰੇ ਪਾਸੇ ਹੁਣ ਸਾਰੇ ਇਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖੂਗੇ। ਹਾਂ, ਆਪਾਂ ਇਹ ਸੋਚੀ ਗਏ ਸੀ ਸਾਰੇ ਹੀ ਬਈ ਬਸ ਪੈਸੇ ਪਿੱਛੇ ਭੱਜੇ ਹੋਏ, ਟ੍ਰੇਡ ਦੀ ਗੱਲ ਆ ਸਾਰੀਆਂ ਗੌਰਮੈਂਟਾਂ ਨੂੰ, ਪਰ ਟਰੂਡੋ ਨੇ ਗੱਲ ਕਰਕੇ ਜਾਣੀ ਉਹ ਹੁਣ ਗੱਲ ਰੋੜਤੀ ਆ। ਹੁਣ ਇੱਥੇ ਵੀ ਥੋੜ੍ਹਾ ਹੀ ਟਾਈਮ ਆ, ਮੈਨੂੰ ਲੱਗਦਾ ਇੱਥੇ ਦੀ ਗਵਰਨਮੈਂਟ ਨੂੰ ਵੀ ਕਰਨਾ ਪਊਗਾ, ਕਿਉਂਕਿ ਮੈਂ ਦੇਖਿਆ ਸੀਗਾ ਇੱਕ ਕਲੈਵਰਲੀ ਆ MP, ਜਿਹੜਾ ਹੋਮ ਫੋਰਨ ਸੈਕਟਰੀ ਆ, ਉਹਨੇ ਵੀ ਕਿਹਾ ਸੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ, ਸ਼ਾਇਦ ਅੱਜ ਦੀ ਬਰੋਡਸ਼ੀਟ 'ਚ। ਓਕੇ ਹਾਂਜੀ, ਬਿਲਕੁਲ ਜੀ, ਆਉਂਦੇ ਸਮੇਂ ਦੇ ਵਿੱਚ ਦੇਖਾਂਗੇ, ਕਿਉਂਕਿ ਵਿਵਾਦ ਜਿਹੜਾ ਇੱਥੇ ਥੰਮਣ ਵਾਲਾ ਨਹੀਂ ਹੈ, ਰੁਕਣ ਵਾਲਾ ਨਹੀਂ ਹੈ। ਬਹੁਤ ਸਾਰੀਆਂ ਤਬਦੀਲੀਆਂ ਆਉਣਗੀਆਂ, ਰਿਲੇਸ਼ਨ ਟੁੱਟਣਗੇ, ਜੁੜਨਗੇ। ਸੋ ਬਹੁਤ ਕੁਝ ਜਿਹੜਾ ਹੈ ਆਉਂਦੇ ਸਮੇਂ ਦੇ ਵਿੱਚ ਹੋਣ ਵਾਲਾ ਹੈ। ਪ੍ਰਾਈਡ ਪੰਜਾਬ TV ਹਮੇਸ਼ਾ ਜਿਹੜਾ ਹੈ ਤੁਹਾਨੂੰ ਗੱਲ ਜਿਹੜੀ ਹੈ ਹਰ ਇੱਕ ਪੱਖ ਦੀ ਜਿਹੜੀ ਆ ਉਹ ਲਿਆ ਕੇ ਦਿਖਾਉਂਦਾ ਹੈ। ਸੋ ਇਹਦੇ ਉੱਤੇ ਭਾਰਤ ਸਰਕਾਰ ਦਾ ਵੀ ਇਹ ਕਹਿਣਾ ਜਿਹੜਾ ਉਹਨਾਂ ਵੱਲੋਂ ਆਈ ਹੈ ਜਵਾਬ ਤਲਬੀ, ਕਿ ਇਹਦੇ ਵਿੱਚ ਸਾਡਾ ਕੋਈ ਹੱਥ ਨਹੀਂ ਹੈ, ਇਸ ਤਰ੍ਹਾਂ ਦਾ ਅਸੀਂ ਕੰਮ ਕੋਈ ਨਹੀਂ ਕੀਤਾ ਹੈਗਾ। ਸੋ ਇਹ ਉਹਨਾਂ ਦਾ ਕਹਿਣਾ ਹੈਗਾ। ਬਾਕੀ ਗੱਲ ਜਿਹੜੇ ਆ ਖਾਲਿਸਤਾਨੀਆਂ ਦੀ ਹੈ ਜਾਂ ਫਿਰ ਜਿਹੜੇ ਹੋਰ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਸੋਚਦੇ ਨੇ, ਉਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਅੱਗੇ ਰੱਖਾਂਗੇ। ਭਾਜੀ ਤੁਹਾਡਾ ਬਹੁਤ ਧੰਨਵਾਦ ਜੀ। ਤੁਹਾਡਾ ਵੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।